ਨਾਲ ਬੜੀ ਸਾਵਧਾਨਤਾ ਦੇ ਨਾਲ ਚੱਲਣ ਵਾਸਤੇ ਥਾਂ ਥਾਂ ਤੇ ਗੁਰਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕੀਤੇ ਨੇ। ਜੇ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਆਖੀ ਹੈ ਕਿ ਜੇ ਬੰਦਾ ਰਾਜਾ ਹੋਵੇ ਤੇ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਜੇ ਕੋਈ ਉਸ ਰਾਜੇ ਦੇ ਮੰਤਰੀ ਹੋਣ ਤਾਂ ਉਹ ਕਿਹੋ ਜਿਹੇ ਹੋਣੇ ਚਾਹੀਦੇ ਨੇ। ਇਹ ਸਾਨੂੰ ਗੁਰੂ ਨਾਨਕ ਸਾਹਿਬ ਜੀਆਂ ਨੇ ਸਮਝਾਇਆ ਸੀ ਕਿ ਲੋਕ ਰਿਸ਼ਵਤਖੋਰ ਹੋ ਗਏ ਨੇ, ਉਸੇ ਦੀ ਪੂਜਾ ਕਰੀ ਜਾਂਦੇ ਨੇ ਤੇ ਉਸੇ ਦੇ ਉੱਪਰ ਟੈਕਸ ਲਾ ਦਿੱਤਾ ਜਾਂਦਾ ਹੈ। ਜਿਹੜੇ ਲੋਕਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦਾ ਹੀ ਫਿਰ ਦਿੱਤਾ ਹੋਇਆ ਧਨ ਵਰਤ ਕੇ ਤੇ ਫਿਰ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ। ਜਿਹੜੇ ਸੰਸਾਰ ਨੂੰ ਤੁਸੀਂ ਬੁਰਾ ਆਖਦੇ ਹੋ ਫਿਰ ਉਹਨਾਂ ਦੇ ਘਰ ਦੇ ਵਿੱਚ ਹੀ ਤੁਸੀਂ ਮੰਗਣ ਵਾਸਤੇ ਜਾਂਦੇ ਹੋ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਸ ਤਰ੍ਹਾਂ ਸੰਸਾਰ ਦੇ ਜੀਵਾਂ ਨੂੰ ਸਮਝਾਇਆ ਤੇ ਉਹਨਾਂ ਨੇ ਉਹ ਬਚਨ ਸਾਡੇ ਸਾਹਮਣੇ ਵੀ ਲਿਖ ਦਿੱਤੇ, ਰੱਖ ਦਿੱਤੇ। ਜਿੱਥੇ ਬਚਨ ਨਹੀਂ ਲਿਖੇ ਉਤੇ ਇਤਿਹਾਸ ਸਾਨੂੰ ਜਾਣੂ ਕਰਵਾ ਦਿੱਤਾ। ਮਹਾਰਾਜ ਜਦੋਂ ਸਭ ਤੋਂ ਪਹਿਲਾਂ ਉਦਾਸੀ ਆਰੰਭ ਕਰਨ ਲੱਗਦੇ ਨੇ, ਪ੍ਰਚਾਰਕ ਫੇਰੀ, ਤਾਂ ਉਹ ਇੱਕ ਗੱਲ ਕਹਿੰਦੇ ਨੇ, ਨਾ ਹਿੰਦੂ ਨਾ ਹਮ ਮੁਸਲਮਾਨ। ਕਹਿੰਦੇ ਨਾ ਮੈਂ ਹਿੰਦੂ ਹਾਂ ਤੇ ਨਾ ਹੀ ਮੈਂ ਮੁਸਲਮਾਨ ਹਾਂ। ਦੋ ਧਰਮ ਸੀਗੇ। ਸਭ ਤੋਂ ਪਹਿਲੀ ਸਿਆਣਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ 15 ਸਾਲਾਂ ਦੀ ਉਮਰ ਦੇ ਵਿੱਚ ਉਹ ਉਹਨਾਂ ਨੇ ਵਿਖਾਈ। ਵੇਖੋ, ਸੰਸਾਰ ਦੇ ਵਿੱਚ ਸਿਆਣਪਾਂ ਜ਼ਰੂਰੀ ਨੇ, ਚਤਰਾਈਆਂ ਨਹੀਂ, ਸਿਆਣਪਾਂ। ਸਿਆਣਪ ਉਹ ਹੁੰਦੀ ਹੈ ਜਿਹੜੀ ਸਾਨੂੰ ਸੂਝਵਾਨ ਤੇ ਸਿਆਣਾ ਤੇ ਸਾਵਧਾਨਤਾ ਬਖਸ਼ਿਸ਼ ਕਰਦੀ ਹੈ, ਤੇ ਚਤਰਾਈ ਉਹ ਹੁੰਦੀ ਹੈ ਜਿਹੜੀ ਸਾਡੀ ਬਿਰਤੀ ਨੂੰ ਬਹੁਤ ਜ਼ਿਆਦਾ ਸ਼ਾਤਰ ਬਣਾਉਂਦੀ ਹੈ। ਚਲਾਕੀਆਂ ਦੇ ਨਾਲ ਸਾਨੂੰ ਚੱਲਣ ਦਾ ਢੰਗ ਸਿਖਾਉਂਦੀ ਹੈ। ਫਿਰ ਬੰਦਾ ਉਹ ਚਲਾਕੀਆਂ, ਹੁਣ ਜਿਹੜਾ ਚੋਰ ਹੈ ਉਹ ਸਿਆਣਪ ਨਾਲ ਹੀ ਕੰਮ ਲੈਂਦਾ ਹੈ ਨਾ, ਕਿੱਡੀ ਸੂਝਵਾਨਤਾ ਦੇ ਨਾਲ। ਅਸੀਂ ਸੋਚਿਆ ਵੀ ਨਹੀਂ ਹੁੰਦਾ ਵੀ ਇੱਥੋਂ ਕੋਈ ਬੰਦਾ ਚੋਰੀ ਕਰ ਲੇਗਾ। ਘਰਾਂ ਨੂੰ 3-3 ਤਾਲੇ ਮਾਰੇ ਹੁੰਦੇ, ਕਈ ਵਾਰ ਪਹਿਰੇਦਾਰ ਵੀ ਰੱਖਿਆ ਹੁੰਦਾ, ਤੇ ਉਹ ਜਿਹੜਾ ਚੋਰ ਆਉਂਦਾ ਤੇ ਬੜੇ ਤਰੀਕੇ ਦੇ ਨਾਲ ਉਹ ਉੱਥੇ ਉਹਦੀ ਸਿਆਣਪ ਨਹੀਂ, ਉੱਥੇ ਉਹਦੀ ਚਤਰਾਈ ਹੈ। ਇਵੇਂ ਜਦੋਂ ਬੰਦਾ ਕਿਸੇ ਨੂੰ ਠੱਗਦਾ ਹੈ ਤਾਂ ਚਤਰਾਈਆਂ ਨਾਲ ਠੱਗਦਾ ਹੈ। ਸਿਆਣਪ ਨਾਲ ਅਸੀਂ ਪਰਿਵਾਰ ਪਾਲਦੇ ਹਾਂ, ਘਰ ਚੱਲਦਾ ਹੈ, ਸਾਰਾ ਸੰਸਾਰ ਸਿਆਣਪ ਨਾਲ ਹੀ ਚੱਲਦਾ ਹੈ ਨਾ। ਜੇ ਅਸੀਂ ਕਹੀਏ ਵੀ ਸੰਸਾਰ ਸਿਆਣਪ ਨਾਲ ਕਿਵੇਂ ਚੱਲਦਾ ਹੈ, ਤੇ ਸਤਿਗੁਰੂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਵੇਖ, ਜਦੋਂ ਕਿਸਾਨ ਖੇਤ ਨੂੰ ਬੀਜਦਾ ਹੈ ਤੇ ਉਹ ਪਹਿਲਾਂ ਕੀ ਕਰਦਾ ਹੈ, ਉਸ ਨੂੰ ਜ਼ਮੀਨ ਨੂੰ ਬੱਤਰ ਕਰਦਾ ਹੈ। ਬੱਤਰ ਤੋਂ ਅਰਥ ਹੁੰਦਾ ਹੈ, ਭਾਵ ਹੁੰਦਾ ਹੈ ਵੀ ਉਸ ਜ਼ਮੀਨ ਨੂੰ ਯੋਗ ਬਣਾਉਂਦਾ ਬੀਜਣ ਦੇ। ਉਹਦੇ ਵਿੱਚ ਫਿਰ ਉਹ ਉਸ ਜ਼ਮੀਨ ਨੂੰ ਪੁੱਟਦਾ ਹੈ, ਪੁੱਟ ਕੇ ਫਿਰ ਬੀਜ ਜਿਹੜਾ ਹੈ ਉਸ ਨੂੰ ਛਿੜਕਾ ਕਰਦਾ ਹੈ, ਬੀਜ ਸਿੱਟ ਦਿੰਦਾ ਹੈ। ਉਤੋਂ ਫੇਰ ਦਿੰਦਾ ਉਹ ਸੁਹਾਗਾ, ਲੱਕੜ ਦਾ ਹੁੰਦਾ ਚਾਹੇ ਲੋਹੇ ਦਾ, ਤੇ ਜਿਹਦੇ ਨਾਲ ਕੀ ਹੁੰਦਾ ਕਿ ਮਿੱਟੀ ਜਿਹੜੀ ਹੈ ਉਸ ਬੀਜ ਦੇ ਉੱਪਰ ਚੜ ਜਾਂਦੀ ਹੈ। ਉਹ ਮਿੱਟੀ ਉੱਪਰ ਚੜਨ ਦੇ ਨਾਲ ਉਹ ਬੀਜ ਜਿਹੜਾ ਹੈ ਇੱਕ ਤਾਂ ਛੇਤੀ ਫਲਦਾ ਹੈ, ਕਿਉਂਕਿ ਉਹਨੂੰ ਗਰਮੈਸ਼ ਮਿਲਦੀ ਧਰਤੀ ਦੇ ਵਿੱਚੋਂ, ਤੇ ਉਹ ਜਿਹੜਾ ਹੈ ਉਹਦੇ ਵਿੱਚੋਂ ਜਿਹੜਾ ਫੁੱਲ ਹੈ ਜਾਂ ਫਲ ਹੈ ਜਾਂ ਉਹਦੇ ਵਿੱਚੋਂ ਜਿਹੜਾ ਪੌਦਾ ਨਿਕਲਣਾ ਹੁੰਦਾ ਨਿਕਲਦਾ ਹੈ। ਤੇ ਕਹਿੰਦੇ ਹੁਣ ਜੇ ਬੰਦਾ ਆਖੀ ਜਾਵੇ ਵੀ ਕੁਦਰਤ ਦੇ ਵਿੱਚ ਕੀ ਸਿਆਣਪ ਹੈ, ਤੇ ਸਿਆਣਪ ਹੀ ਹੈ ਨਾ ਬੰਦਾ। ਜੇ ਵੇਸਲਾ ਹੋ ਕੇ ਬੈਠਾ ਰਹੇਗਾ, ਤੇ ਗੁਰਬਾਣੀ ਨੇ ਗੱਲ ਕੀਤੀ, ਜਿਨ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜਿਨ੍ਹਾਂ ਵੱਤਰ ਦੇ ਵਿੱਚ ਨਾਮ ਨੂੰ ਬੀਜਿਆ ਨਹੀਂ, ਜਿਵੇਂ ਕਿਸਾਨ ਨੇ ਵੱਤਰ ਵਾਲੇ ਖੇਤ ਦੇ ਵਿੱਚ ਬੀਜ ਨੂੰ ਬੀਜਿਆ ਤੇ ਉਹਦੇ ਵਿੱਚੋਂ ਉਹਨੂੰ ਕਮਾਈ ਹੋਈ, ਉਸ ਦੇ ਵਿੱਚੋਂ ਉਸ ਨੂੰ ਭੋਜਨ ਮਿਲਿਆ। ਤੇ ਕਹਿੰਦੇ ਫਿਰ ਹੁਣ ਜੇ ਵੱਤਰ ਦੇ ਵਿੱਚ ਬੰਦਾ ਉਸ ਬੀਜ ਨੂੰ, ਖੇਤੀ ਨੂੰ ਬੀਜੇਗਾ ਨਹੀਂ ਤਾਂ ਉਹਨੂੰ ਪ੍ਰਾਪਤ ਕੁਛ ਨਹੀਂ ਹੋਏਗਾ। ਤੇ ਹੁਣ ਵੱਤਰ ਦਾ ਸਮਾਂ ਹੈ, ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਦਾ ਆ ਸਮਾਂ ਹੈ। ਉਸ ਕਿਸਾਨ ਨੇ ਜਿਵੇਂ ਬੀਜਿਆ, ਤੇ ਮਹਾਰਾਜ ਸਾਨੂੰ ਇਸ ਗੱਲ ਕਹਿੰਦੇ ਨੇ, ਕਹਿੰਦੇ ਮਨ ਹਾਲੀ ਕਰਸਾਣੀ ਕਰਨੀ,
ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਵੇਂ ਹੀ ਹੈ ਸੰਸਾਰ ਦੇ ਵਿੱਚ ਜੇ ਸਿਆਣਪਾਂ, ਤੇ ਜੇ ਕਹਿੰਦੇ ਇਸੇ ਤਰੀਕੇ ਨੂੰ ਨਿਰੰਕਾਰ ਦੇ ਵਿੱਚ ਅਭੇਦ ਕਰਨਾ ਹੋਵੇ ਤੇ ਕਹਿੰਦੇ ਨੇ ਮਨ ਹਾਲੀ, ਮਨ ਨੂੰ ਉਦਮੀ ਬਣਾ, ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਤਨ ਨੂੰ ਖੇਤ ਬਣਾ, ਨਾਮ ਬੀਜ, ਤੇ ਪ੍ਰਮਾਤਮਾ ਜੀ ਦੇ ਨਾਮ ਦਾ ਬੀਜ ਇਹਦੇ ਵਿੱਚ ਬੀਜ, ਸੰਤੋਖ ਸੁਹਾਗਾ। ਸੰਤੋਖ ਤੇ ਸਬਰ ਇਹ ਦੋਵੇਂ ਇੱਕੋ ਜਿਹੇ ਸ਼ਬਦ ਨੇ, ਕਿਉਂਕਿ ਉਹ ਕਿਸਾਨ ਜੇ ਬੀਜ ਬੀਜਦਾ ਤਾਂ ਉਹ ਹੁਣ ਇਹ ਨਹੀਂ ਆਖਦਾ ਵੀ ਇਹਦੇ ਵਿੱਚੋਂ ਝੱਟ ਫਲ ਨਿਕਲੇ, ਫੁੱਲ ਨਿਕਲੇ ਤੇ ਮੈਂ ਉਹਨੂੰ ਵੇਚ ਕੇ ਖਾ ਜਾਵਾਂ। ਘੱਟੋ ਘੱਟ 6 ਮਹੀਨੇ ਉਹ ਸੰਤੋਖ ਕਰਦਾ ਹੈ, ਸਬਰ ਕਰਦਾ ਹੈ, ਤੇ 6 ਮਹੀਨਿਆਂ ਬਾਅਦ ਉਹਨੂੰ ਫਸਲ ਮਿਲਦੀ ਹੈ। ਉਸ ਤੋਂ ਫਿਰ ਉਹ ਸਬਰ ਕਰਦਾ ਹੈ ਨਾ, ਸੰਤੋਖ ਰੱਖਦਾ ਹੈ, ਉਹਨੂੰ ਫਲ ਦੇ ਪਾਣੀ ਦਿੰਦਾ ਹੈ, ਉਹਦੇ ਉੱਪਰ ਦਵਾਈਆਂ ਦਾ ਛਿੜਕਾਅ ਕਰਦਾ ਹੈ। ਇਵੇਂ ਕਹਿੰਦੇ ਬੰਦਿਆ, ਜਦੋਂ ਨਾਮ ਦਾ ਬੀਜ ਤੇਰੇ ਹਿਰਦੇ ਦੇ ਵਿੱਚ ਬੀਜ ਲਵੇਂ ਤੂੰ, ਉਸ ਤੋਂ ਬਾਅਦ ਫਿਰ ਸੰਤੋਖ ਦਾ ਸੁਹਾਗਾ ਇਹਦੇ ਉੱਤੇ ਮਾਰਦੀ, ਸਬਰ ਰੱਖੀ, ਡੋਲ ਨਾ ਜਾਵੀਂ। ਫਿਰ ਤੇ ਬੰਦਾ ਸੰਤੋਖ ਦਾ ਸੁਹਾਗਾ ਤਾਂ ਕੀ ਮਾਰਨਾ ਹੁੰਦਾ, ਜਿਹਨੂੰ ਗੁਰਬਾਣੀ ਕਹਿੰਦੀ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹਦੇ ਕੋਲ ਪਚਾਇਆ ਨਹੀਂ ਜਾਂਦਾ। ਫਿਰ ਸੰਤੋਖ ਸਬਰ ਹੈ ਨਹੀਂ ਹੈ। 4 ਦਿਨ ਬਾਣੀ ਨੂੰ ਪੜ੍ਹਦਾ ਏ, 4 ਦਿਨ ਸਿਮਰਨ ਨੂੰ ਕਰਦਾ ਏ, ਤੇ ਫਿਰ ਆਪਣੇ ਆਪ ਨੂੰ ਸਾਰਿਆਂ ਦੇ ਨਾਲੋਂ ਉੱਚਾ, ਸਾਰਿਆਂ ਨਾਲੋਂ ਸੁੱਚਾ ਸਮਝ ਲੈਂਦਾ ਵੀ ਮੈਂ ਹੀ ਸਭ ਤੋਂ ਪਵਿੱਤਰ ਹਾਂ, ਮੈਂ ਹੀ ਸਭ ਤੋਂ ਜ਼ਿਆਦਾ ਚੰਗਾ ਹੈ। ਅੱਜ ਜਿੰਨੀਆਂ ਵੀ ਲੜਾਈਆਂ ਪਾਈਆਂ ਜਾ ਰਹੀਆਂ ਨੇ, ਝਗੜੇ ਕੀਤੇ ਜਾ ਰਹੇ ਨੇ, ਉਹ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ। ਜਦੋਂ ਕਿ ਧਰਮ ਜਿਹੜਾ ਉਹ ਲੜਾਈ ਖਤਮ ਕਰਦਾ ਹੈ ਕਿ ਧਰਮ ਲੜਾਉਣਾ ਸਿਖਾਉਂਦਾ ਹੈ? ਧਰਮ ਲੜਾਈ ਖਤਮ ਕਰਦਾ ਹੈ। ਤੇ ਪਰ ਧਾਰਮਿਕ ਲੋਕ ਜਿਹੜੇ ਨੇ ਉਹ ਲੜਦੇ ਜਾ ਰਹੇ ਨੇ, ਤੇ ਜਿਹੜਾ ਆਮ ਇਨਸਾਨ ਹੈ ਉਹ ਆਪਣੀ ਕਿਰਤ ਕਮਾਈ ਦੇ ਵਿੱਚ ਲੱਗਾ ਹੋਇਆ, ਖਾ ਰਿਹਾ ਹੈ, ਪਰਿਵਾਰ ਪਾਲ ਲਿਆ, ਤੇ ਉਹਦਾ ਵਧੀਆ ਚੱਲਣ ਡਿਆ ਸਗੋਂ ਕੰਮ। ਅਸਲ ਦੇ ਵਿੱਚ ਇਹਦਾ ਕਾਰਨ ਮੁੱਖ ਇਹੀ ਹੈ ਕਿ ਬੰਦੇ ਨੇ ਰੱਬ ਨੂੰ ਵੀ ਸਿਆਣਪਾਂ ਦੇ ਵਿੱਚ ਲਪੇਟਣਾ ਸ਼ੁਰੂ ਕਰ ਦਿੱਤਾ। ਜਦੋਂ ਕਿ ਉਹਦੇ ਨਾਲ ਸਿਆਣਪਾਂ ਨਹੀਂ ਚੱਲਦੀਆਂ, ਉਹਦੇ ਨਾਲ ਸੰਸਾਰ ਦੇ ਵਿੱਚ ਜੇ ਅਸੀਂ ਕਹੀਏ ਕਿ ਮੁਕਾਬਲਾ ਕਰ ਸਕੀਏ ਰੱਬ ਦਾ, ਉਹ ਨਹੀਂ ਕਰ ਸਕਦੇ ਅਸੀਂ। ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਉਹਨਾਂ ਨੇ ਪਹਿਰਾ ਦਿੱਤਾ ਵੀ ਹਿੰਦੂ ਮੁਸਲਮਾਨ ਮੈਂ ਹੈਗਾ ਨਹੀਂ ਆ, ਮੈਂ ਤਾਂ ਰੱਬ ਦਾ ਜੀਵ ਆ, ਤੇ ਉੱਥੋਂ ਦੇ ਕਾਜ਼ੀ ਜੀ ਕਹਿਣ ਲੱਗੇ, ਕਹਿੰਦੇ ਆਓ ਫਿਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਮੈਂ ਤਾਂ ਰੱਬ ਦਾ ਪਿਆਰਾ ਹੈ, ਤੇ ਰੱਬ ਦੇ ਪਿਆਰਿਆਂ ਨੂੰ ਹਰ ਇੱਕ ਧਰਮ ਪਿਆਰਾ ਹੁੰਦਾ ਹੈ, ਇਸ ਕਰਕੇ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰੋ। ਨਵਾਬ ਵੀ ਕਹਿੰਦਾ ਵੀ ਚਲੋ ਇਹ ਗੱਲ ਤਾਂ ਤੁਹਾਨੂੰ ਮੰਨਣੀ ਪੈਣੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਚਲੋ ਮੈਂ ਚੱਲਦਾ ਤੁਹਾਡੇ ਨਾਲ। ਜਦੋਂ ਨਮਾਜ਼ ਕਰਨ ਲੱਗੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੱਸ ਪਏ। ਕਿੰਨੀ ਵੱਡੀ ਗੱਲ ਹੈ, ਇੱਕ ਤਾਂ ਨਮਾਜ਼ ਨਹੀਂ ਪੜ੍ਹੀ ਨਾਲ, ਦੂਜਾ ਫਿਰ ਨਮਾਜ਼ ਕਰਨ ਵਾਲਿਆਂ ਨੂੰ ਵੇਖ ਕੇ ਹੱਸ ਪੈਣਾ। ਉਹ ਕਾਜ਼ੀ ਪੁੱਛਦਾ ਵੀ ਜਦੋਂ ਨਮਾਜ਼ ਖਤਮ ਹੋਈ, ਸਮਾਂ ਖਤਮ ਹੋਇਆ, ਤੇ ਕਹਿੰਦੇ ਵੀ ਇੱਕ ਤਾਂ ਤੁਸੀਂ ਨਮਾਜ਼ ਸਾਡੇ ਨਾਲ ਪੜ੍ਹੀ ਨਹੀਂ, ਵਾਅਦੇ ਤੋਂ ਮੁੱਕਰੇ ਹੋ, ਦੂਜਾ ਫਿਰ ਤੁਸੀਂ ਸਾਡੀ ਨਮਾਜ਼ ਦੀ ਤੋਹੀਨ ਕੀਤੀ ਹੈ ਕਿ ਨਮਾਜ਼ ਦੇ ਵਿੱਚ ਤੁਸੀਂ ਹੱਸ ਪਏ ਹੋ, ਮੁਸਕਰਾ ਪਏ ਹੋ, ਇਹਦਾ ਕਾਰਨ ਕੀ ਹੈ? ਤੇ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਉਹ ਕਹਿੰਦੇ ਕਾਜ਼ੀ ਸਾਹਿਬ ਨਮਾਜ਼ ਤਾਂ ਤੁਸੀਂ ਵੀ ਨਹੀਂ ਪੜ੍ਹੀ। ਉਹ ਕਹਿੰਦੇ ਜੀ ਤੁਹਾਡੇ ਸਾਹਮਣੇ ਮੈਂ ਸਾਰਾ ਕਿਰਿਆਕਰਮ ਕੀਤਾ ਨਹੀਂ। ਉਹ ਕਹਿੰਦੇ ਇਹ ਤਾਂ ਬਾਹਰੀ ਤੌਰ ਤੇ ਸਰੀਰ ਦਾ ਵਿਖਾਵਾ ਕੀਤਾ ਹੈ ਤੁਸੀਂ, ਅੰਦਰ ਤਾਂ ਜਿਹੜਾ ਤੁਹਾਡਾ ਸੀ ਉਹ ਤੁਹਾਡੇ ਘਰ ਦੇ ਵਿੱਚ ਸੀਗਾ। ਵੀ ਜਿਹੜੀ ਵਿਛੇਰੀ ਕਿਧਰੇ ਸੋਈ ਅੱਗਾ, ਜਿਹੜੀ ਘੋੜੀ ਸੋਈ ਹੋਈ ਹੈ, ਉਹਦਾ ਬੱਚਾ ਕਿਤੇ ਖੱਡ ਦੇ ਵਿੱਚ ਨਾ ਡਿੱਗ ਪਏ। ਕਹਿੰਦੇ ਨਵਾਬ ਨਾਲ ਪੜ੍ਹ ਲੈਣੀ ਸੀ। ਕਹਿੰਦੇ ਨਵਾਬ ਤਾਂ ਵੀ ਕਾਬਲ ਕੰਧਾਰ ਦੇ ਵਿੱਚ ਘੋੜੇ ਖਰੀਦਦਾ ਪਿਆ ਸੀ। ਉਸ ਤੋਂ ਬਾਅਦ ਜਦੋਂ ਜੋਗੀਆਂ ਦੇ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾਂਦੇ ਨੇ, ਤੇ ਉਹ ਗੁਰੂ ਨਾਨਕ ਸਾਹਿਬ ਜੀਆਂ ਨੂੰ ਕਹਿੰਦੇ ਨੇ ਵੀ ਆ ਜਿਹੜੀ ਭੰਗ ਪੀਓ ਤੇ ਇਹਦੇ ਨਾਲ ਬੜੀ ਲਿਵ ਲੱਗਦੀ ਜੇ, ਬੜਾ ਧਿਆਨ ਲੱਗਦਾ ਹੈ, ਬਹੁਤ ਧਿਆਨ ਲੱਗਦਾ ਹੈ। ਅੱਜ ਵੀ ਸੰਸਾਰ ਦੇ ਵਿੱਚ ਇਵੇਂ ਹੀ ਹੋ ਰਿਹਾ ਹੈ। ਜਿਹੜੇ ਧਾਰਮਿਕ ਲੋਕ ਨੇ ਉਹ ਨਸ਼ੇ ਕਰਕੇ ਸਮਾਧੀ ਲਾਉਣ ਦਾ ਯਤਨ ਕਰਦੇ ਨੇ, ਨਸ਼ੇ ਕਰਕੇ।
ਕਿ ਸ਼ਾਇਦ ਨਸ਼ੇ ਦੇ ਨਾਲ, ਕਿਉਂਕਿ ਜਿਹੜਾ ਵੀ ਕੋਈ ਹੈਗਾ ਉਹਨੂੰ ਐਂ ਲੱਗਦਾ ਕਿ ਸ਼ਾਇਦ ਲੰਮੇ ਸਮੇਂ ਤੱਕ ਬੈਠਣਾ ਹੀ ਭਗਤੀ ਹੈਗੀ ਹੈ, ਲੰਬੇ ਸਮੇਂ ਤੱਕ ਬੈਠ ਕੇ ਰੱਬ ਰੱਬ ਕਰਨਾ ਹੀ ਭਗਤੀ ਹੈ। ਉਹ ਉਸ ਦੇ ਵਾਸਤੇ ਲੰਮੇ ਸਮੇਂ ਦੇ ਵਿੱਚ ਬਹਿਣ ਵਾਸਤੇ ਉਹ ਫਿਰ ਨਸ਼ਾ ਕਰਦੇ ਨੇ, ਆਪਣੇ ਆਪ ਨੂੰ ਇੱਕ ਲਿਵ ਜੋੜ ਕੇ ਰੱਖਣ ਵਾਸਤੇ ਕਈ ਕਈ ਚੀਜ਼ਾਂ ਵਰਤਦੇ ਨੇ। ਫਿਰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮੈਂ ਤਾਂ ਸ਼ਬਦ ਦੇ ਵਿੱਚ ਸੁਰਤ ਜੋੜਦਾ ਹੈ। ਕਹਿਣ ਲੱਗੇ ਜਦੋਂ ਅਸੀਂ ਸੁਰਤ ਜੋੜਦੇ ਆ ਨਾ, ਬਹੁਤ ਵੱਡੀ ਸੁਰਤ ਜੋੜਦੇ ਆ, ਜੋਗੀ ਕਹਿੰਦੇ ਆ ਅਸੀਂ ਵੀ ਬੜੀ ਲੰਬੀ ਸੁਰਤ ਜੋੜਦੇ ਆ। ਕਹਿੰਦੇ ਤੁਸੀਂ ਕਿਵੇਂ ਜੋੜਦੇ? ਕਹਿੰਦੇ ਭੰਗ ਦਾ ਪਿਆਲਾ ਪੀਦਾ ਏ ਤੇ ਭੰਗ ਪੀ ਕੇ ਤੇ ਉਸ ਤੋਂ ਬਾਅਦ ਫਿਰ ਚੌਂਕੜਾ ਮਾਰ ਕੇ ਬੈਠ ਜਾਈਦਾ ਏ ਤੇ ਬੜੇ ਲੰਬੇ ਸਮੇਂ ਤੱਕ ਅਸੀਂ ਹਰ ਹਰ ਕਰਦੇ ਆ, ਰੱਬ ਰੱਬ ਕਰਦੇ ਆ, ਗੁਜ਼ਾਰ ਦਿੰਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉਸ ਤੋਂ ਬਾਅਦ ਜਦੋਂ ਨਸ਼ਾ ਉਤਰਦਾ ਏ, ਕਹਿੰਦੇ ਫਿਰ ਦੁਬਾਰਾ ਚੜਾ ਲਈਦੀ ਭੰਗ, ਫਿਰ ਦੁਬਾਰਾ ਅਸੀਂ ਰੱਬ ਰੱਬ ਕਰਨ ਲੱਗ ਪੈਂਦੇ ਆ। ਮਹਾਰਾਜ ਕਹਿੰਦੇ ਇਹ ਤਾਂ ਪ੍ਰੇਮ ਨਾ ਹੋਇਆ, ਫਿਰ ਇਹ ਪ੍ਰਮਾਤਮਾ ਦੇ ਨਾਲ ਕੋਈ ਪ੍ਰੇਮ ਨਹੀਂ ਹੈਗਾ, ਇਹ ਤਾਂ ਤੁਸੀਂ ਨਸ਼ੇ ਦੀ ਵਰਤੋਂ ਕਰਕੇ ਪ੍ਰਮਾਤਮਾ ਦੇ ਘਰ ਦੇ ਵਿੱਚ ਸਿਆਣਪਾਂ ਦੀ ਗੱਲ ਕਰਦੇ ਪਏ ਹੋ। ਫਿਰ ਉਹ ਕਹਿੰਦੇ ਵੀ ਅਸੀਂ ਕਰੀਏ ਕੀ? ਕਹਿੰਦੇ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਭਉ ਨੂੰ, ਰੱਬ ਦੇ ਡਰ ਨੂੰ ਭੰਗ ਬਣਾਓ। ਭਉ ਤੇਰਾ ਭਾਂਗ, ਕਹਿੰਦੇ ਨੇ ਤੇਰਾ ਪ੍ਰੇਮ ਮੇਰੇ ਵਾਸਤੇ ਭੰਗ ਦਾ ਕੰਮ ਕਰਦਾ ਹੈ, ਨਸ਼ੇ ਦਾ ਕੰਮ ਕਰਦਾ ਹੈ। ਖੱਲੜੀ ਜਿਹਦੇ ਵਿੱਚ ਉਹ ਭੰਗ ਪਾ ਕੇ ਰੱਖਦੇ ਹਨ। ਖੱਲੜੀ ਮੇਰਾ ਚੀਤ, ਤੇ ਹਰ ਵਕਤ ਮੈਂ ਤੇਰੇ ਦਰਸ਼ਨਾਂ ਦੇ ਵਿੱਚ ਧਿਆਨ ਲਾਉਂਦਾ ਹੈ। ਖੱਲੜੀ ਮੇਰਾ ਚੀਤ ਮੈਂ ਦੀਵਾਨਾ ਪਿਆ ਅਤੀਤ, ਕਹਿੰਦੇ ਮੈਂ ਹਰ ਵਕਤ ਤੇਰੇ ਪ੍ਰੇਮ ਦੇ ਵਿੱਚ ਦੀਵਾਨਾ ਬਣ ਕੇ ਰਹਿਣਾ ਹੈ। ਤੇਰੇ ਹਰ ਵਕਤ, ਜਿਵੇਂ ਉਹ ਭੰਗ ਛਕ ਕੇ ਜੋਗੀ ਤੇ ਬੌਰੇ ਹੋ ਜਾਂਦੇ ਨਾ, ਦੀਵਾਨੇ ਹੋ ਜਾਂਦੇ ਨੇ, ਕਹਿੰਦੇ ਮੈਂ ਤਾਂ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਪਿਆ ਕਿ ਪਰਮਾਤਮਾ ਨੂੰ ਹਰ ਵਕਤ ਆਪਣੇ ਨੇੜੇ ਸਮਝਦਾ ਹੈ। ਹਰ ਵੇਲੇ ਅਸੀਂ ਪਰਮਾਤਮਾ ਨੂੰ ਜਾਣਦੇ ਹਾਂ। ਤੇ ਮਹਾਰਾਜ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਉਹਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਨੂੰ ਤਿਆਗਣਾ ਨਹੀਂ ਹੈ। ਸਿਆਣਪਾਂ, ਇੱਥੇ ਗੱਲ ਆਈ ਹੈ ਨਾ, ਤਜੋ ਸਿਆਣਪ ਸੁਰ ਜਨੋ, ਸੰਤ ਜਨੋ ਹੈ ਰੱਬ ਦੇ ਪਿਆਰਿਓ ਸਿਆਣਪਾਂ ਤਜ ਦਿਓ। ਜਦੋਂ ਧਾਰਮਿਕ ਕਰਮ ਕਰਦੇ ਹੋ ਉੱਥੇ ਸਿਆਣਪਾਂ ਨਹੀਂ ਚੱਲਦੀਆਂ। ਸਿੱਧ ਕਹਿੰਦੇ ਨੇ ਮਹਾਰਾਜ ਅਸੀਂ ਤਾਂ ਸਮਾਧੀ ਲਾ ਕੇ ਬੈਠੇ ਆ, ਸੰਸਾਰ ਤੋਂ ਨਿਰਲੇਪ ਹੋ ਕੇ ਬੈਠੇ ਆ। ਇੱਥੇ ਕਰਕੇ ਅਸੀਂ ਇੱਥੇ ਪਹਾੜੀਆਂ, ਉੱਚੀਆਂ ਪਹਾੜੀਆਂ ਤੇ ਆ ਕੇ ਬੈਠੇ ਹੋਏ ਆ ਕਿ ਸੰਸਾਰ ਦੇ ਵਿੱਚ ਬਹਿ ਕੇ ਨਾਮ ਨਹੀਂ ਜਪਿਆ ਜਾ ਸਕਦਾ। ਉੱਥੇ ਬੜਾ ਸ਼ੋਰ ਸ਼ਰਾਬਾ ਹੈ, ਉੱਥੇ ਬੜੀਆਂ ਵਿਪਤਾ ਨੇ, ਘਰ ਪਰਿਵਾਰ ਦੇ ਵਿੱਚ, ਘਰ ਦੇ ਮਾਹੌਲ ਦੇ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਜੈਸੇ ਜਲ ਮੈਂ ਕਮਲ ਨਿਰਾਲਮ, ਤੁਸੀਂ ਕਹਿੰਦੇ ਹੋ ਰੱਬ ਦਾ ਨਾਮ ਪਰਿਵਾਰ ਦੇ ਵਿੱਚ ਰਹਿ ਕੇ ਨਹੀਂ ਜਪਿਆ ਜਾ ਸਕਦਾ, ਪਰ ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਤੇ ਜਿਹੜੀ ਪਾਣੀ ਦੇ ਵਿੱਚ ਰਹਿਣ ਵਾਲੀ ਮੁਰਗਾਬੀ ਹੈ ਉਹ ਪਾਣੀ ਦੇ ਵਿੱਚ ਰਹਿੰਦੀ ਹੈ, ਪਰ ਪਾਣੀ ਦੇ ਵਿੱਚ ਉਹਦੇ ਖੰਭ ਨਹੀਂ ਭਿੱਜਦੇ। ਇਵੇਂ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਏ, ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਭਵ ਸਾਗਰ ਨੂੰ ਤਰਿਆ ਜਾ ਸਕਦਾ ਹੈ। ਨਾਨਕ ਆਖ ਵਖਾਣੇ, ਇਸ ਤਰੀਕੇ ਦੇ ਨਾਲ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਸੰਸਾਰ ਦੇ ਵਿੱਚ ਰਹਿ ਕੇ ਹੀ ਪ੍ਰਮਾਤਮਾ ਨੂੰ ਜਪਿਆ ਜਾ ਸਕਦਾ ਹੈ, ਰੱਬ ਨੂੰ ਲੱਭਿਆ ਜਾ ਸਕਦਾ ਹੈ। ਪਰ ਮਨੁੱਖ ਨੇ ਕੁਝ ਹੋਰ ਹੀ ਸੋਚਿਆ ਹੈ। ਮਾਥੇ ਤਿਲਕ ਹੱਥ ਮਾਲਾ ਬਣਨਾ, ਲੋਗਣ ਰਾਮ ਖਿਲਾਉਣਾ ਜਾਣਾ। ਇਹ ਵੀ ਇੱਕ ਸਿਆਣਪ ਹੈ ਨਾ ਕਿ ਮੱਥੇ ਦੇ ਉੱਤੇ ਤਿਲਕ ਲਾ ਲਿਆ, ਹੱਥ ਦੇ ਵਿੱਚ ਮਾਲਾ ਫੜ ਲਈ ਤੇ ਲੋਕਾਂ ਨੇ ਰਾਮ ਨੂੰ ਇੱਕ ਖਿਡੌਣਾ ਜਿਹਾ ਸਮਝ ਲਿਆ। ਖਿਡੌਣਾ ਜਿਹਾ ਹੀ ਸਮਝ ਲਿਆ ਵੀ ਸ਼ਾਇਦ ਰੱਬ ਇੱਕ ਐਵੇਂ ਕਰਮ ਕਰਨ ਦੇ ਨਾਲ ਮਿਲੇਗਾ, ਇਦਾਂ ਦੇ ਕਰਮ ਕਰਨ ਦੇ ਨਾਲ ਮਿਲੇਗਾ, ਉਹਦੇ ਅੱਗੇ ਦੀਵੇ ਬੱਤੀਆਂ ਘਮਾਉਣ ਨਾਲ ਪ੍ਰਮਾਤਮਾ ਖੁਸ਼ ਹੋਵੇਗਾ।
ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਾਡੀ ਸਿਆਣਪ ਨੂੰ ਉੱਥੇ ਵੀ ਉਹਨਾਂ ਨੇ ਰੋਕ ਦਿੱਤਾ ਵੀ ਸਿਆਣਪ ਜਿਹੜੀ ਹੈ ਚੱਲਦੀ ਨਹੀਂ ਹੈ ਰੱਬ ਦੇ ਘਰ ਦੇ ਵਿੱਚ। ਜੇ ਬੰਦਾ ਆਖੇ ਵੀ ਮੈਂ ਰੱਬ ਦੀ ਆਰਤੀ ਵੱਖਰੇ ਤਰੀਕੇ ਨਾਲ ਕਰਕੇ ਉਹਨੂੰ ਖੁਸ਼ ਕਰ ਲਵਾਂ, ਰੱਬ ਨੂੰ ਖੁਸ਼ ਕਰ ਲਵਾਂ, ਤੇ ਗੁਰਬਾਣੀ ਕਹਿੰਦੀ ਹੈ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤੂੰ ਵੱਖਰੀ ਆਰਤੀ ਕਿਵੇਂ ਕਰ ਸਕਦਾ ਹੈ? ਉਹਦੀ ਸਿਆਣਪ ਦੇ ਨਾਲ ਉਹਦੀ ਆਰਤੀ ਹੋ ਰਹੀ ਹੈ ਇੱਥੇ। ਗਗਨ, ਗਗਨ ਦਾ ਅਰਥ ਹੈ ਆਕਾਸ਼। ਮੈਂ ਥਾਲ, ਕਹਿੰਦੇ ਜਿਹੜਾ ਆਕਾਸ਼ ਹੈ ਉਹਨੂੰ ਥਾਲ ਮੰਨ ਕੇ ਚੱਲ। ਰਵ ਚੰਦ ਦੀਪਕ ਬਣੇ, ਕਹਿੰਦੇ ਨੇ ਰਵ ਦਾ ਅਰਥ ਹੈ ਚੰਦਰਮਾ, ਰਵ ਦਾ ਅਰਥ ਹੈ ਸੂਰਜ ਤੇ ਚੰਦ, ਚੰਦਰਮਾ। ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਤੇ ਕਹਿੰਦੇ ਨੇ ਜਿਹੜੇ ਤਾਰੇ ਨੇ ਇਹ ਥਾਲੀ ਦੇ ਵਿੱਚ ਸਜਾਏ ਹੋਏ ਮੋਤੀ ਨੇ। ਧੂਪ ਮਲ ਆਨਲੋ ਪਵਨ ਚਵਰੋ ਕਰੇ, ਕਹਿੰਦੇ ਨੇ ਧੂਪ ਵੱਖਰੀ ਕੋਈ ਸੁਗੰਧੀਆਂ ਦੇਣ ਦੀ ਲੋੜ ਨਹੀਂ, ਉਹ ਤਾਂ ਰੱਬ ਜੀ ਦੀ ਜਿਹੜੀ ਕੁਦਰਤ ਹੈ ਉਹਦੇ ਵਿੱਚ ਬਹੁਤ ਜ਼ਿਆਦੀਆਂ ਸੁਗੰਧੀਆਂ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਹਿਮਾਲਿਆ ਪਰਬਤ ਜਿਹੜਾ ਹੈ ਉੱਥੇ ਬਹੁਤ ਜ਼ਿਆਦੀਆਂ ਸੁਗੰਧੀਆਂ ਨੇ। ਪਵਨ ਚਵਰੋ ਕਰੇ, ਤੇ ਕਹਿੰਦੇ ਪਵਨ ਚੌਰ ਕਰਦੀ ਪਈ ਹੈ, ਹਵਾ ਚੌਰ ਕਰਦੀ ਪਈ ਹੈ। ਸਗਲ ਬਨ ਰਾਏ ਫੁਲੰਤ ਜੋਤੀ, ਸਾਰੀ ਜਿਹੜੀ ਸ੍ਰਿਸ਼ਟੀ ਹੈ ਉਹ ਫੁੱਲਾਂ ਦਾ ਕੰਮ ਕਰਦੀ ਹੈ। ਫੁੱਲ ਸਾਰੀ ਸ੍ਰਿਸ਼ਟੀ ਦੇ ਵਿੱਚ ਹੈਗੇ ਨੇ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਸੀਂ ਵੱਖਰੇ ਤੌਰ ਤੇ ਉਹਦੀ ਕਿਹੋ ਜਿਹੀ ਆਰਤੀ ਕਰ ਸਕਦੇ ਹਾਂ। ਫਿਰ ਬੰਦੇ ਨੇ ਸਿਆਣਪ ਕੀਤੀ। ਅੱਜ ਸਿਆਣਪ ਕਿਵੇਂ ਕਰਦਾ ਹੈ ਬੰਦਾ? ਕਈ ਵਾਰੀ ਅਸੀਂ ਸੋਚਦੇ ਹਾਂ, ਜਦੋਂ ਵੀ ਅਸੀਂ ਗੁਰੂ ਕੋਲ ਆਈਏ ਨਾ, ਕਈ ਵਾਰੀ ਅਸੀਂ ਬਚਨ ਕਹਿੰਦੇ ਆ ਵੀ ਨਹੀਂ, ਇਹ ਜਿਹੜਾ ਬਚਨ ਸਾਡੇ ਮਨ ਮੰਦਰ ਨੂੰ ਸੋਹਣਾ ਨਹੀਂ ਲੱਗਿਆ, ਜਿਸ ਨੂੰ ਅੱਜ ਵੀ ਲੋਕ ਕਹਿ ਦਿੰਦੇ ਨੇ ਵੀ ਸੰਗਤ ਜੋੜਨੀ ਹੈ, ਤੋੜਨੀ ਨਹੀਂ। ਅਸੀਂ ਲੋਕਾਂ ਨੂੰ ਜੋੜਨਾ ਹੈ, ਤੋੜਨਾ ਨਹੀਂ ਹੈਗਾ। ਪਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਧਰਮ ਹੈ ਉਹ ਸ਼ੁਰੂ ਹੀ ਤੋੜਨ ਤੋਂ ਹੋਇਆ। ਪਹਿਲਾਂ ਉਹਨਾਂ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ, ਫਿਰ ਉਹਨਾਂ ਨਮਾਜ਼ ਅਦਾ ਕਰਨ ਤੋਂ ਨਾ ਕਰ ਦਿੱਤੀ। ਇਹ ਸ਼ੁਰੂ ਹੀ ਤੋੜਨ ਤੋਂ ਹੋਇਆ। ਤੇ ਜਦੋਂ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ ਤੇ ਉਹ ਇੱਕ ਹੀ ਗੱਲ ਕਹਿੰਦੀ, ਗੁਰਬਾਣੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ। ਕਿ ਜੇ ਕਹਿੰਦੇ ਜੇ ਤੈਨੂੰ ਸੱਚਮੁੱਚ ਹੀ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ ਨਾ, ਤੇ ਆਪਣਾ ਜਿਹੜਾ ਸਿਰ ਹੈ ਤਲੀ ਦੇ ਉੱਪਰ ਰੱਖ ਕੇ ਦਾ ਭਾਵ ਹੁੰਦਾ ਹੈ ਕਿ ਬਿਲਕੁਲ ਆਪਣੇ ਆਪ ਨੂੰ ਗੁਰੂ ਤੋਂ, ਰੱਬ ਤੋਂ ਨਿਸ਼ਾਵਰ ਕਰ ਦੇਣਾ। ਗੁਰੂ ਦੀ ਗੱਲ ਮੰਨਣੀ ਹੈ, ਫਿਰ ਉੱਥੇ ਜਾ ਕੇ ਆਪਣੀ ਮਨ ਮਰਜ਼ੀ ਨਹੀਂ ਕਰਨੀ, ਫਿਰ ਗੁਰੂ ਦੀ ਗੱਲ ਮੰਨਣੀ ਹੈ। ਇਸ ਤਰੀਕੇ ਦੇ ਨਾਲ ਜੇ ਤੂੰ ਪ੍ਰਮਾਤਮਾ ਨੂੰ ਸਿਮਰਨਾ ਚਾਹੁੰਦਾ ਹੈ ਤੇ ਸੱਚਮੁੱਚ ਹੀ, ਜੇ ਪਖੰਡ ਕਰਨੇ ਚਾਹੁੰਦਾ ਤੇ ਜਿੰਨੇ ਮਰਜ਼ੀ ਕਰੀ ਜਾ, ਤੈਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ। ਜੇ ਸੱਚਮੁੱਚ ਹੀ ਰੱਬ ਦਾ ਨਾਮ ਸਿਮਰਨ ਕਰਨਾ ਹੈ, ਤੇ ਜੇ ਅਸੀਂ ਕਹਿ ਦਈਏ ਜੀ ਨਹੀਂ ਇਦਾਂ ਤਾਂ ਸਾਡੇ ਦਿਲ ਨੂੰ ਠੇਸ ਪਹੁੰਚਦੀ ਹੈ, ਸਾਡੇ ਮਨ ਨੂੰ ਚੋਟ ਵੱਜਦੀ ਹੈ, ਵੀ ਇਸ ਕਰਕੇ ਅਸੀਂ ਹੁਣ ਇੱਥੇ ਦੁਬਾਰਾ ਪਹੁੰਚਣਾ ਨਹੀਂ, ਵੀ ਗੁਰੂ ਘਰ ਦੇ ਵਿੱਚ ਉੱਥੇ ਬੈਠੇ ਪ੍ਰਚਾਰਕ, ਉੱਥੇ ਬੈਠੇ ਸੂਝਵਾਨ ਲੋਕ ਸਾਡੇ ਅੰਦਰ ਦੇ ਸ਼ਰਧਾ ਨੂੰ ਠੇਸ ਪਹੁੰਚਾਉਂਦੇ ਨੇ। ਅਸੀਂ ਫੁੱਲ ਲੈ ਕੇ ਆਉਣੇ ਆ ਤੇ ਆਣ ਕੇ ਗੁਰੂ ਸਾਹਿਬ ਜੀ ਦੇ ਅੱਗੇ ਚੜਾ ਦਿੰਨੇ ਆ। ਜਿਹੜਾ ਲੈ ਕੇ ਆਉਣ ਵਾਲਾ ਨਾ ਬੜੀ ਸ਼ਰਧਾ ਦੇ ਨਾਲ ਲੈ ਕੇ ਆਉਂਦਾ, ਘਰੋਂ ਤੁਰਦਾ ਹੈ ਤੇ ਉਹਦੇ ਸ਼ਰਧਾ ਉਦੋਂ ਹੀ ਤੁਰ ਪੈਂਦੀ ਨਾਲ, ਸ਼ਰਧਾ ਨਾਲ ਉਹਦੇ ਉਸੇ ਸਮੇਂ ਤੁਰ ਪੈਂਦੀ ਹੈ। ਹੁਣ ਜੇ ਉਹਨੂੰ ਸਮਝਾਇਆ ਜਾਵੇ ਵੀ ਭਾਈ ਗੁਰਬਾਣੀ ਕਹਿੰਦੀ ਹੈ ਵੀ ਪਾਤੀ ਤੋਰੇ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਰਜੀਓ, ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਕਿ ਜਦੋਂ ਵੀ ਮੂਰਤੀ ਅੱਗੇ, ਜਦੋਂ ਅਸੀਂ ਕਿਸੇ ਮੂਰਤੀ ਅੱਗੇ ਫੁੱਲ ਚੜਾਉਣੇ ਨੇ ਤੇ ਉਹ ਜਿਹੜੀ ਮੂਰਤ ਹੈ ਉਹਦੇ ਵਿੱਚ ਜਾਨ ਨਹੀਂ ਹੈਗੀ, ਉਹਦੇ ਵਿੱਚ ਬਿਲਕੁਲ ਜਾਨ ਨਹੀਂ ਹੈਗੀ। ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਿਰਜੀਓ, ਉਹਦੇ ਅੰਦਰ ਜਿੰਦ ਨਹੀਂ ਹੈਗੀ। ਪਰ ਜਿਹੜਾ ਫੁੱਲ ਹੈ ਉਹਦੇ ਵਿੱਚ ਜਿੰਦ ਹੈਗੀ ਹੈ, ਉਹਦੇ ਵਿੱਚ ਜਾਨ ਹੈਗੀ ਹੈ। ਜੇ ਜਾਨ ਹੈਗੀ ਹੈ ਤਾਂ ਪਹਿਲਾਂ ਕਿੰਨਾ ਸੋਹਣਾ ਖਿੜਿਆ ਸੀ, ਕਿੰਨਾ ਸੋਹਣਾ ਲੱਗਦਾ ਸੀ, ਸੁਗੰਧੀ ਦਿੰਦਾ ਸੀ। ਪਰ ਜਦੋਂ ਅਸੀਂ ਤੋੜ ਕੇ ਉਹਨੂੰ ਲੈ ਆਂਦਾ ਤੇ ਉਹ ਸੁੱਕ ਗਿਆ। ਫਿਰ ਇਹਦਾ ਮਤਲਬ ਉਹਦੇ ਵਿੱਚ ਕੁਝ ਸਵਾਸ ਪ੍ਰਾਣ ਸੀਗੇ ਜਿਹੜੇ ਕਰਕੇ ਉਹ ਜੀਵਤ ਸੀਗਾ।
ਜਿਸ ਪਾਹਣ ਕੋ ਪਾਤੀ ਤੋਰੇ, ਜਿਸ ਪਾਹਣ ਨੂੰ ਰੱਖਣ ਵਾਸਤੇ, ਪੱਥਰ ਅੱਗੇ ਰੱਖਣ ਵਾਸਤੇ ਉਸ ਪੱਤਿਆਂ ਨੂੰ ਤੋੜਿਆ ਗਿਆ, ਉਹਨਾਂ ਫੁੱਲਾਂ ਨੂੰ ਤੋੜਿਆ ਗਿਆ, ਉਹ ਨਿਰਜੀਵ ਹੈ। ਇਸ ਕਰਕੇ ਜੇ ਰੱਬ ਜੀਆਂ ਦੀ ਪੂਜਾ ਹੀ ਕਰਨੀ ਹੈ ਤੇ ਅੰਦਰ ਭਾਵਨਾ ਦੇ ਨਾਲ ਕਰੀਏ। ਆ ਬਾਹਰੀ ਤੌਰ ਤੇ ਜਿਹੜੀ ਕੁਦਰਤ ਰੱਬ ਜੀਆਂ ਨੇ ਬਣਾਈ ਉਸੇ ਨੂੰ ਤੋੜ ਕੇ ਤੇ ਅਸੀਂ ਕਹਿੰਦੇ ਆ ਵੀ ਨਹੀਂ, ਇਹਦੇ ਨਾਲ ਪ੍ਰਮਾਤਮਾ ਜੀ ਦੀ ਪੂਜਾ ਹੋ ਜਾਂਦੀ ਹੈ, ਪ੍ਰਮਾਤਮਾ ਜੀ ਦੀ ਜਿਹੜੀ ਹੈ ਉਹ ਵਡਿਆਈ ਮਿਲਦੀ ਹੈ। ਅਸਲ ਦੇ ਵਿੱਚ ਉਹ ਕੰਮ ਉਲਟਾ ਹੋ ਗਿਆ। ਗੁਰਬਾਣੀ ਕਹਿੰਦੀ ਹੈ ਅਸੀਂ ਸਾਰੇ ਸੰਸਾਰ ਦੇ ਜੀਵ ਜਿਹੜੇ ਆ ਉਹ ਭਿਖਾਰੀ ਆ। ਇੱਕ ਅਕਾਲ ਪੁਰਖ ਪ੍ਰਮਾਤਮਾ ਸਾਨੂੰ ਦਾਤਾਂ ਦੇਣ ਵਾਲਾ ਹੈ। ਤਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੇ, ਅਗਣਤ ਭਰੇ ਭੰਡਾਰ। ਅਗਣਤ ਭੰਡਾਰ ਉਹਦੇ ਘਰ ਦੇ ਵਿੱਚ ਭਰੇ ਹੋਏ ਨੇ। ਗੁਰਬਾਣੀ ਕਹਿੰਦੀ ਹੈ ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹਰ, ਹਰ ਜੀਉ ਭਰਿਆ। ਤੂੰ ਕਾਹਦੇ ਵਾਸਤੇ ਆਪਣੇ ਮਨ ਦੇ ਉੱਪਰ ਭਾਰ ਪਾਇਆ ਹੋਇਆ ਹੈ, ਆਪਣੇ ਮਨ ਨੂੰ ਅਜਾਈ ਭਾਰ ਪਾਇਆ ਹੋਇਆ, ਮੈਂ ਕਮਾਵਾਂਗਾ ਕੀ, ਖਾਵਾਂਗਾ ਕੀ। ਕਹਿੰਦੇ ਰੱਬ ਨੇ ਤੇਰਾ ਰਿਜ਼ਕ ਪਹਿਲਾਂ ਹੀ ਸੰਸਾਰ ਦੇ ਵਿੱਚ ਪੈਦਾ ਕੀਤਾ ਹੋਇਆ ਹੈ। ਜਾਂ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜੰਤਿਓ ਪਾਏ। ਸਿੱਲ ਦੇ ਵਿੱਚ, ਪੱਥਰ ਦੇ ਵਿੱਚ ਜੰਤੂ ਪੈਦਾ ਕਰਕੇ ਉਹਨੂੰ ਉਹਦਾ ਰਿਜ਼ਕ ਉੱਥੇ ਦਿੱਤਾ। ਤਾਕਾ ਰਿਜ਼ਕ ਆਗੇ ਕਰ ਧਰਿਆ, ਉਹਦਾ ਰਿਜ਼ਕ ਉਹਨੂੰ ਉੱਥੇ ਪਹੁੰਚਾ ਦਿੱਤਾ। ਤੇ ਅਕਾਲ ਪੁਰਖ ਪ੍ਰਮਾਤਮਾ ਜੀਆਂ ਨੇ ਸਾਨੂੰ ਭੋਜਨ ਦਿੱਤਾ, ਰੋਟੀ ਦਿੱਤੀ, ਔਰ ਉਹੀ ਰੋਟੀ ਛੱਡ ਕੇ ਬੰਦਾ ਰੱਬ ਨੂੰ ਮਿਲਣਾ ਚਾਹੁੰਦਾ ਹੈ। ਰੱਬ ਜੀਆਂ ਨੇ ਸਾਨੂੰ ਰਿਜ਼ਕ ਖਾਣ ਵਾਸਤੇ ਦਿੱਤਾ, ਉਹ ਬੰਦਾ ਰਿਜ਼ਕ ਛੱਡ ਕੇ ਤੇ ਫਿਰ ਉਹ ਪ੍ਰਮਾਤਮਾ ਨੂੰ ਲੱਭਣਾ ਚਾਹੁੰਦਾ ਹੈ, ਪ੍ਰਮਾਤਮਾ ਜੀਆਂ ਨੂੰ ਭਾਲਣਾ ਚਾਹੁੰਦਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਸੰਸਾਰ ਦੇ ਵਿੱਚ ਆਏ ਅਸੀਂ, ਤੇ ਸੰਸਾਰ ਦੇ ਵਿੱਚ ਰੱਬ ਜੀਆਂ ਦੇ ਮਾਰਗ ਤੇ ਚੱਲਣ ਤੋਂ ਪਹਿਲਾਂ ਅਸੀਂ ਕਈ ਤਰ੍ਹਾਂ ਦੇ ਪੇਖ ਕੀਤੇ। ਕੋਈ ਕਹਿੰਦਾ ਵੀ ਭੋਜਨ ਨੂੰ ਛੱਡ ਕੇ ਰੱਬ ਲੱਭ ਜਾਂਦਾ ਹੈ, ਕੋਈ ਕਹਿੰਦਾ ਤਨ ਤੇ ਕੱਪੜੇ ਨਾ ਪਾਈਏ ਰੱਬ ਲੱਭ ਜਾਂਦਾ ਹੈ। ਤੇ ਕਈ ਵਾਰੀ ਅਸੀਂ ਗੁਰੂ ਘਰ ਆਉਣੇ ਆ ਨੰਗੇ ਪੈਰੀ। ਮੈਂ ਆਪ ਜੀਆਂ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਅਸੀਂ ਸੋਚ ਲੈਨੇ ਆ ਵੀ ਸਾਨੂੰ ਰੱਬ ਨਾਲ ਤੋੜਿਆ ਜਾ ਰਿਹਾ, ਜੋੜਿਆ ਨਹੀਂ ਜਾ ਰਿਹਾ, ਕਿਉਂਕਿ ਸਾਡੀ ਬਿਰਤੀ ਇਹੋ ਜੀ ਹੈ। ਜੇ ਅਸੀਂ ਕਿਸੇ ਨੂੰ ਸਮਝਾਈਏ ਕਿ ਨੰਗੇ ਪੈਰੀ ਆਉਣ ਦੇ ਨਾਲ ਪ੍ਰਮਾਤਮਾ ਰੱਬ ਰੀਝਦਾ ਨਹੀਂ ਹੈ, ਅਕਾਲ ਪੁਰਖ ਪ੍ਰਮਾਤਮਾ ਰੀਝਦਾ ਨਹੀਂ ਹੈ, ਇਸ ਤਰੀਕੇ ਦੇ ਨਾਲ ਉਹ ਕਹਿੰਦੇ ਨਹੀਂ ਸਾਡੀ ਸ਼ਰਧਾ ਨੂੰ ਠੇਸ ਪਹੁੰਚੀ ਹੈ, ਸਾਡੀ ਸ਼ਰਧਾ ਦੇ ਵਿੱਚ ਵਿਘਨ ਪਿਆ ਹੈ। ਪਰ ਇਹ ਰੱਬ ਨੂੰ ਰਿਝਾਉਣ ਦਾ ਕੋਈ ਢੰਗ ਨਹੀਂ ਹੈਗਾ। ਬੰਦਾ ਨੰਗੇ ਪੈਰੀ ਆਉਂਦਾ ਹੈ, ਫਿਰ ਉਸ ਤੋਂ ਬਾਅਦ ਉਹ ਕਹਿੰਦਾ ਤਨ ਤੇ ਕੱਪੜਾ ਨਹੀਂ ਪਾਉਣਾ, ਕਈ ਕਰਮ ਕਰਦਾ ਹੈ। ਕਈ ਵਾਰ ਧਾਰਮਿਕ ਦੁਨੀਆ ਦੇ ਵਿੱਚ ਇਹੋ ਜਿਹੇ ਕਰਮ ਹੋ ਗਏ ਕਿ ਲੋਕਾਂ ਨੇ ਸ਼ਾਇਦ ਜੀਵ ਜੰਤੂ, ਗੁਰਬਾਣੀ ਦੇ ਵਿੱਚ ਲਿਖਿਆ ਨਾ ਜੀਆਂ ਕਾ ਆਹਾਰ ਜੀ, ਕਈ ਜੀਆਂ ਦਾ ਆਹਾਰ ਹੀ ਦੂਜੇ ਜੀਵ ਨੇ, ਉਹਨਾਂ ਦਾ ਖਾਣਾ ਹੀ ਦੂਜੇ ਜੀਵ ਨੇ। ਹੁਣ ਜਿਹੜਾ ਸ਼ੇਰ ਹੈ ਉਹਦਾ ਖਾਣਾ ਹੀ ਦੂਜਿਆਂ ਜੀਵਾਂ ਨੂੰ ਖਾ ਕੇ ਆਪਣਾ ਪੇਟ ਭਰਨਾ। ਜੀਆਂ ਕਾ ਆਹਾਰ ਜੀ, ਜੀਵਾਂ ਦਾ, ਦੂਜਿਆਂ ਦਾ ਜੀਵਾਂ ਦਾ, ਕਈ ਵਾਰ ਦੂਸਰੇ ਜੀਵ ਆਹਾਰ ਕਰਦੇ ਨੇ, ਖਾਣਾ ਕਰਦੇ ਨੇ ਉਹਨਾਂ ਨੂੰ। ਜੇ ਅਸੀਂ ਆਖੀਏ ਵੀ ਨਹੀਂ ਹੁਣ ਮੱਛੀ ਮਾਸ ਛੱਡਣ ਦੇ ਨਾਲ ਰੱਬ ਰੀਝ ਜਾਂਦਾ ਹੈ, ਤੇ ਗੁਰਬਾਣੀ ਦੇ ਵਿੱਚ ਇੱਕ ਫਰਮਾਨ ਹੈ, ਕਹਿੰਦੇ ਮਾਤਾ ਪਿਤਾ ਰਕਤ ਉਪੰਨੇ, ਮੱਛੀ ਮਾਸ ਨਾ ਖਾਈ। ਮਾਤਾ ਪਿਤਾ ਦੇ ਖੂਨ ਤੋਂ ਤੂੰ ਸਰੀਰ ਬਣਿਆ, ਉਹਨਾਂ ਦੇ ਸਰੀਰ ਦੇ ਵਿੱਚੋਂ, ਮਾਤਾ ਦੇ ਸਰੀਰ ਦੇ ਵਿੱਚ ਤੇਰਾ ਸਰੀਰ ਬਣਿਆ, ਤੇ ਉਥੋਂ ਤੇਰਾ ਇਹ ਸਰੀਰ ਪੈਦਾ ਹੋਇਆ। ਤੂੰ ਉਸ ਮਾਂ ਦੇ ਖੂਨ ਨੂੰ ਚਖਿਆ, ਪੀਤਾ ਹੈ, ਖਾਧਾ ਹੈ, ਜਿਹਦੇ ਵਿੱਚੋਂ ਇਹ ਤੇਰਾ ਇੱਕ ਸਰੀਰ ਵੱਖਰਾ ਬਣ ਕੇ ਨਿਕਲਿਆ। ਤੇ ਤੂੰ ਇੱਕ ਵੱਖਰਾ ਜਿਹਾ ਭਰਮ ਪਾ ਕੇ ਬਹਿ ਗਿਆ ਵੀ ਸ਼ਾਇਦ ਇਹ ਕਰਮ ਕਰਨ ਦੇ ਨਾਲ ਰੱਬ ਰੀਝ ਜਾਵੇਗਾ, ਇਹ ਕਰਮ ਕਰਨ ਦੇ ਨਾਲ ਪ੍ਰਮਾਤਮਾ ਰੀਝ ਜਾਵੇਗਾ। ਅੰਦਰ ਜਿੰਨੀਆਂ ਮਰਜ਼ੀ ਬੁਰਾਈਆਂ ਨੇ, ਅੰਦਰ ਜਿੰਨੀਆਂ ਮਰਜ਼ੀ ਭੈੜੀਆਂ ਆਦਤਾਂ ਨੇ, ਉਹਨਾਂ ਵੱਲ ਤੂੰ ਧਿਆਨ ਨਹੀਂ ਦਿੰਦਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ। ਕਹਿੰਦੇ ਜੇ ਤੇਰੇ ਕੱਪੜੇ ਨੂੰ ਦਾਗ ਲੱਗ ਜਾਵੇ ਤੇ ਤੂੰ ਕਹਿ ਦਿੰਦਾ ਵੀ ਜਾਮਾ ਪਲੀਤ ਹੋ ਗਿਆ, ਹੁਣ ਕੱਪੜੇ ਨੂੰ ਲੱਗ ਗਿਆ ਦਾਗ। ਪਰ ਜਿਹੜੀ ਅੰਦਰ ਖਾਤੇ ਤੂੰ ਮਨੁੱਖਾਂ ਦੇ ਖੂਨ ਪੀ ਰਿਹਾ, ਮਨੁੱਖਾਂ ਦੇ ਨਾਲ ਘਾਤ ਕਰਦਾ ਪਿਆ, ਦੂਜਿਆਂ ਦੇ ਨਾਲ ਵੈਰ ਕਰਦਾ ਪਿਆ, ਉਹਦੇ ਰਾਹੀਂ ਤੇਰਾ ਨਿਰਮਲ ਚਿੱਤ ਕਿਵੇਂ ਹੋ ਜਾਏਗਾ?
ਤਾਂ ਹੀ ਮਹਾਰਾਜ ਨੇ ਕਿਹਾ ਨਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਪ੍ਰੇਮ ਤੂੰ ਕਰ ਨਹੀਂ ਰਿਹਾ, ਪਰ ਚਤੁਰਾਈਆਂ ਤੂੰ ਕਿੰਨੀਆਂ ਕਰਦਾ ਪਿਆ ਏ, ਚਤੁਰਾਈਆਂ ਤੂੰ ਲੱਖਾਂ ਹੀ ਕਰਦਾ ਪਿਆ ਏ। ਗੁਰੂ ਨਾਨਕ ਸਾਹਿਬ ਜੀਆਂ ਨੂੰ ਇਦਾਂ ਦਾ ਵੀ ਇੱਕ ਸਾਧ ਟੱਕਰਿਆ ਸੀ, ਵੈਸ਼ਨੋ ਸਾਧ ਉਹਦਾ ਨਾਮ ਸੀ। ਤੇ ਇੱਕ ਦਿਨ ਜਦੋਂ ਵੀ ਕਿਸੇ ਨੂੰ ਸਮਝਾਇਆ ਤੇ ਭਾਈ ਮਰਦਾਨਾ ਜੀ ਸਭ ਤੋਂ ਪਹਿਲਾਂ ਗਏ ਨੇ। ਜੇ ਕੌਡਾ ਰਾਖਸ਼ ਨੂੰ ਸਮਝਾਇਆ, ਉਹਦੇ ਕੋਲ ਭਾਈ ਮਰਦਾਨਾ ਜੀ। ਜੇ ਬਲੀ ਕੰਧਾਰੀ ਨੂੰ ਸਮਝਾਇਆ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਕੋਲ ਗਏ ਸਭ ਤੋਂ ਪਹਿਲਾਂ। ਨੂਰ ਸ਼ਾਹ ਜਾਦੂਗਰਨੀ ਨੂੰ ਸਮਝਾਇਆ, ਭਾਈ ਮਰਦਾਨਾ ਜੀ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬੜੀ ਅਪਾਰ ਕਿਰਪਾ ਸੀ ਉਹਨਾਂ ਦੇ ਉੱਪਰ। ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਆਪਾਂ ਰੋਟੀ ਪਕਾਉਣੀ ਹੈ, ਭੋਜਨ ਪਕਾਉਣਾ ਹੈ, ਇਸ ਕਰਕੇ ਆਪਾਂ ਨੂੰ ਅੱਗ ਦੀ ਜ਼ਰੂਰਤ ਹੈ। ਮਰਦਾਨਾ ਜੀ ਜਾਂਦੇ ਨੇ ਤੇ ਉੱਥੇ ਇੱਕ ਸਾਧੂ ਬੈਠਾ ਹੁੰਦਾ ਹੈ, ਵੈਸ਼ਨੋ ਸਾਧੂ। ਉਹਨੇ ਕੀ ਕੀਤਾ, ਪਹਿਲਾਂ ਆਲੇ ਦੁਆਲੇ ਇੱਕ ਲੀਕ ਖਿੱਚ ਲੈਂਦੇ ਚੁੱਲ੍ਹੇ ਦੇ ਦੁਆਲੇ, ਤੇ ਇਹਦੇ ਨਾਲ ਭੋਜਨ ਦਾ ਰਸ ਜਿਹੜਾ ਉਹ ਰਾਖਸ਼ ਨਾ ਲੈ ਜਾਣ, ਜਿਸ ਨੂੰ ਗੁਰਬਾਣੀ ਕਹਿੰਦੀ ਹੈ, ਦੇਖ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਆਸਾ ਦੀ ਵਾਰ ਦੇ ਵਿੱਚ ਆਪਾਂ ਪੜ੍ਹਦੇ ਆ ਨਾ। ਉਹ ਸਾਧੂ ਨੇ ਪਹਿਲਾਂ ਆਲੇ ਦੁਆਲੇ ਇੱਕ ਲੀਕ ਖਿੱਚੀ, ਉੱਥੇ ਫਿਰ ਗਊ ਦੇ ਗੋਬਰ ਦਾ ਪੋਚਾ ਫੇਰਿਆ, ਪਾਣੀ ਦਾ ਛਿੜਕਾ ਕੀਤਾ, ਚੁੱਲ੍ਹਾ ਪੁੱਟਿਆ, ਲੱਕੜੀਆਂ ਨੂੰ ਧੋਤਾ, ਬਹੁਤ ਸਾਫ਼ ਸੁਥਰਾ ਕੀਤਾ। ਫਿਰ ਉਹਨਾਂ ਨੇ ਤੇ ਕਰ ਕੁਰ ਕੇ ਤੇ ਫਿਰ ਉਹਨੇ ਚਿਰ ਨੂੰ ਭਾਈ ਮਰਦਾਨਾ ਜੀ, ਉਹ ਵਿਚਾਰਾ ਕਿਤੇ ਭੋਜਨ ਤਿਆਰ ਹੀ ਕਰਨ ਲੱਗਾ ਸੀ, ਤੇ ਭਾਈ ਮਰਦਾਨਾ ਜੀ ਪਹੁੰਚੇ ਤੇ ਜਦੋਂ ਪਰਛਾਵਾਂ ਵੇਖਿਆ ਤੇ ਚੁੱਲ੍ਹੇ ਦੇ ਉੱਪਰ ਪੈ ਰਿਹਾ ਸੀ, ਤੇ ਉਹਨੇ ਪੁੱਛ ਹੀ ਲਿਆ ਵੀ, ਇਹ ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਅੱਗ ਚਾਹੀਦੀ ਹੈ। ਉਹ ਕਹਿੰਦਾ ਵੀ ਤੂੰ ਕੌਣ ਹੈ, ਕਿੱਥੋਂ ਆਇਆ? ਉਹ ਕਹਿੰਦਾ ਵੀ ਮੈਂ ਬਾਬਾ ਨਾਨਕ ਜੀ ਦੇ ਨਾਲ ਆਇਆ ਹੈ, ਚੂੜਕਿਆਣਾ ਦੀ ਧਰਤੀ ਤੋਂ, ਪਾਕਿਸਤਾਨ ਦੀ ਜਿਹੜੀ ਧਰਤੀ ਹੈ ਉੱਥੋਂ ਪਹੁੰਚਿਆ ਮੈਂ। ਸਾਰਾ ਕੁਝ ਦੱਸਿਆ ਉਹਨੇ, ਤੇ ਕਹਿਣ ਲੱਗਾ ਵੀ ਕੀ ਤੇਰੀ ਜਾਤ ਗੋਤ ਹੈ? ਉਹਨੇ ਫਿਰ ਦੱਸਿਆ ਹੋਣਾ ਭਾਈ ਮਰਦਾਨਾ ਜੀ ਨੇ ਵੀ ਮੈਂ ਜਾਤ ਦਾ ਮਿਰਾਸੀ ਆ ਜੀ। ਉਹ ਫਿਰ ਉਹਨੇ ਫੜਿਆ ਚਵਾੜਾ, ਤੇ ਉਹ ਜੋਗੀ ਫਿਰ ਬਾਬਾ ਮਰਦਾਨਾ ਜੀ ਦੇ ਮਗਰ ਮਗਰ ਦੌੜਨ ਲੱਗ ਪਿਆ। ਦੌੜਦਾ ਦੌੜਦਾ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਿਆ, ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਜੋਗੀ। ਗੁਰੂ ਨਾਨਕ ਸਾਹਿਬ ਜੀ ਪੁੱਛਦੇ ਨੇ ਵੀ ਗੱਲ ਕੀ ਹੋਈ, ਗੱਲ ਪਤਾ ਵੀ ਲੱਗੀ। ਕਹਿੰਦੇ ਜੀ ਇਹਨੇ ਮੇਰਾ ਨਾ ਖਾਣਾ ਭ੍ਰਿਸ਼ਟ ਕਰ ਦਿੱਤਾ। ਇਹ ਕਿਉਂ ਭ੍ਰਿਸ਼ਟ ਕਰ ਦਿੱਤਾ? ਕਹਿੰਦੇ ਨੀਵੀਂ ਜਾਤ ਵਾਲਾ ਹੈ, ਇਹਨੇ ਮੇਰਾ ਖਾਣਾ ਜਿਹੜਾ ਭ੍ਰਿਸ਼ਟ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਉੱਥੇ ਫਿਰ ਸ਼ਬਦ ਉਚਾਰਦੇ ਨੇ, ਕਬੁੱਧ ਡੂਮਣੀ ਕੁਦਇਆ ਕਸੈਣ। ਭੈੜੀ ਮੱਤ ਤੇਰੇ ਅੰਦਰ ਇੱਕ ਡੂਮਣੀ ਹੈ, ਅੰਦਰ ਦਾ ਤੇਰਾ ਨੀਵਾਂ ਪਾਣੇ। ਬੰਦਾ ਸ਼ਕਲਾਂ ਕਰਕੇ, ਕੱਪੜੇ ਕਰਕੇ, ਗੁਰਬਾਣੀ ਨੇ ਸਿੱਧ ਕਰ ਦਿੱਤਾ, ਸੂਰਤਾਂ ਕਰਕੇ ਨੀਵਾਂ ਨਹੀਂ ਹੁੰਦਾ। ਸ਼ਕਲ ਸੂਰਤ ਕਰਕੇ ਜਾਂ ਕੱਪੜੇ ਕਰਕੇ ਕੱਪੜਾ ਸਸਤਾ ਪਾ ਲਿਆ ਤੇ ਉਹ ਬੰਦਾ ਨੀਤ ਥੋੜਾ ਬਣ ਗਿਆ। ਕੀ ਪਤਾ ਉਹਦੀ ਸੋਚ ਦਾ ਆਧਾਰ ਕਿੰਨਾ ਕੁ ਵੱਡਾ ਹੈ, ਕਿੰਨਾ ਸੁੱਚਾ ਹੈ। ਤੇ ਇੱਥੇ ਜਿੰਨਾ ਚੰਗਾ ਕੱਪੜਾ ਪਾਇਆ, ਉਹਦੀ ਸੋਚ ਕਿੰਨੀ ਕੁ ਮਾੜੀ ਹੋਏਗੀ। ਕਬੁੱਧ ਡੂਮਣੀ, ਡੂਮਣੀ ਦਾ ਅਰਥ ਹੁੰਦਾ ਹੈ ਭੈੜੀ, ਨੀਵੀਂ ਜਾਤ ਵਾਲਾ, ਤੇਰੀ ਮੱਤ ਛੋਟੀ ਹੈ, ਮੱਤ ਭੈੜੀ ਹੈ। ਕੁਦਇਆ ਕਸੈਣ, ਤੇਰੇ ਅੰਦਰ ਦੀ ਦਇਆ ਤੈਨੂੰ ਕਸਾਈ ਬਣਾ ਰਹੀ ਹੈ। ਕਬੁੱਧ ਡੂਮਣੀ ਕੁਦਇਆ ਕਸੈਣ, ਪਰ ਨਿੰਦਾ ਘੱਟ ਚੂੜੀ, ਪਰਾਈ ਨਿੰਦਿਆ ਕਰਨੀ, ਤੇ ਉਹ ਸਭ ਤੋਂ ਨੀਵਾਂ ਕਰਮ ਕਰਦਾ ਪਿਆ ਹੈ। ਤੇਰੇ ਵਰਗਾ ਤਾਂ ਕੋਈ ਪਾਪੀ ਨਹੀਂ ਹੈਗਾ। ਕਾਰੀ ਕੱਢੀ ਕਿਆ ਥੀਏ, ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਨੇ ਹੁਣ ਇਹ ਕਾਰ ਕੱਢੀ, ਲੀਕ ਖਿੱਚੀ, ਕੀ ਕਰੇਗੀ ਜੇ ਚਾਰੇ ਪੈ ਤੇਰੇ ਨਾਲ ਬੈਠੀਆਂ ਨੇ। ਕਬੁੱਧ ਡੂਮਣੀ ਕੁਦਇਆ ਕਸੈਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਕ੍ਰੋਧ ਨੇ ਤੈਨੂੰ ਠੱਗ ਲਿਆ। ਮੁੱਠੀ ਦਾ ਅਰਥ ਹੁੰਦਾ ਠੱਗਿਆ ਜਾਣਾ। ਮੁੱਠੀ ਕ੍ਰੋਧ ਚੰਡਾਲ, ਤੇ ਕ੍ਰੋਧ ਦੇ ਵਿੱਚ ਤੂੰ ਚੰਡਾਲ ਬਣ ਗਿਆ। ਕਾਰੀ ਕੱਢੀ ਕਿਆ ਥੀ, ਉਹ ਹੁਣ ਲੀਕ ਖਿੱਚੀ, ਕੀ ਕਰੇਗੀ ਜੇ ਚਾਰੇ ਬੈਠੀਆਂ ਨਾਲ। ਅੰਦਰ ਤਾਂ ਤੇਰੀ ਇੰਨੀ ਭੈੜੀ ਮੱਤ ਹੈ, ਤੂੰ ਬਾਹਰੋਂ ਸਿਆਣਪਾ ਕਰਦਾ ਪਿਆ ਵੀ ਮੇਰਾ ਕੋਈ ਖਾਣਾ ਭ੍ਰਿਸ਼ਟ ਨਾ ਕਰ ਦੇ, ਮੇਰਾ ਜਨਮ ਭ੍ਰਿਸ਼ਟ ਹੋ ਜਾਏਗਾ। ਇਸ ਕਰਕੇ ਮਹਾਰਾਜ ਸਾਨੂੰ ਕਹਿੰਦੇ ਨੇ, ਤਜੋ ਸਿਆਣਪ ਸੁਰਜਨੋ, ਭਲਿਓ ਪੁਰਸ਼ੋ ਸਿਆਣਪਾਂ ਛੱਡ ਦਿਓ। ਰੱਬ ਦੇ ਘਰ ਦੇ ਵਿੱਚ ਸਿਆਣਪਾਂ ਨਹੀਂ ਚੱਲਦੀਆਂ, ਉਥੇ ਤਾਂ ਪ੍ਰੇਮ ਚੱਲਦਾ ਹੈ, ਉੱਥੇ ਭਾਵਨਾ ਚੱਲਦੀ ਹੈ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਭਗਤੀ ਕਰਕੇ ਪ੍ਰਾਪਤ ਕੀਤਾ ਤੇ ਭੋਲੇ ਭਾਏ ਰੱਬ ਪ੍ਰਾਪਤ ਹੋ ਗਿਆ। ਭੋਲੇ ਭਾ ਦਾ ਅਰਥ ਹੁੰਦਾ ਬੜੇ ਯਤਨ ਕਰਦੇ ਪਏ। ਅੱਜ ਕਿੰਨੇ ਯਤਨ ਕੀਤੇ ਜਾ ਰਹੇ ਅੱਜ। ਠੀਕ ਹੈ, ਸੁਚਮਤਾ ਰੱਖਣੀ ਕਿਸੇ ਹੱਦ ਤੱਕ ਠੀਕ ਹੈਗੀ ਹੈ।
ਜੇ ਅਸੀਂ ਸੁਚਮਤਾ ਨਹੀਂ ਰੱਖਾਂਗੇ ਤੇ ਦੂਜੇ ਦੀ ਬਿਮਾਰੀ, ਦੂਜੇ ਦੇ ਅੰਦਰ ਦਾ ਰੋਗ ਸਾਨੂੰ ਲੱਗ ਸਕਦਾ ਹੈ। ਉਹ ਕਈ ਹੱਦ ਤੱਕ ਠੀਕ ਹੈਗੀ ਹੈ, ਪਰ ਜੇ ਅਸੀਂ ਬਿਲਕੁਲ ਹੀ ਨਾ ਸੰਸਾਰ ਦੇ ਜੀਵਾਂ ਨੂੰ ਮੰਦਾ ਆਖਣ ਲੱਗ ਪਈਏ ਤਾਂ ਫਿਰ ਤਾਂ ਅਸੀਂ ਤਰ ਨਹੀਂ ਸਕਦੇ ਨਾ, ਫਿਰ ਸਾਡਾ ਕੋਈ ਭਲਾ ਨਹੀਂ ਹੋ ਸਕਦਾ। ਇਸ ਕਰਕੇ ਜੇ ਬੰਦਾ ਬਿਲਕੁਲ ਹੀ ਨਾ ਸੰਸਾਰ ਦੇ ਜੀਵਾਂ ਨਾਲ ਨਫ਼ਰਤ ਕਰਨ ਲੱਗ ਪਵੇ ਤਾਂ ਫਿਰ ਉਹਦਾ ਕੋਈ ਭਲਾ ਨਹੀਂ ਹੈਗਾ। ਇਸ ਕਰਕੇ ਜਿਹੜੀ ਝੂਠ ਹੈ ਇਹਦੇ ਤੋਂ ਥੋੜਾ ਬਚਾਅ ਕਰਨਾ ਜ਼ਰੂਰ ਸਾਡਾ ਬਣਦਾ ਹੈ। ਤੇ ਜੇ ਅਸੀਂ ਬਿਲਕੁਲ ਇਹਨਾਂ ਨਾਲ ਨਫ਼ਰਤ ਕਰਨ ਲੱਗ ਪਈਏ ਤਾਂ ਫਿਰ ਤਾਂ ਗੱਲ ਨਹੀਂ ਬਣੇਗੀ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਪੰਗਤ ਤੇ ਸੰਗਤ ਜਿਹੜੀ ਬਣਾਈ ਸੀ, ਪਹਿਲੇ ਪੰਗਤ ਪਾਛੇ ਸੰਗਤ। ਪੰਗਤ ਤੋਂ ਅਰਥ ਕੀ ਹੁੰਦਾ ਹੈ ਕਿ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ, ਜਿੱਥੇ ਸਾਰੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਹੋਣ, ਪਹਿਲੇ ਪੰਗਤ ਪਾਛੇ ਸੰਗਤ। ਉਸ ਤੋਂ ਬਾਅਦ ਤੂੰ ਆਣ ਕੇ ਗੁਰੂ ਕੋਲ ਬੈਠ ਜਾ। ਫਿਰ ਜਦੋਂ ਸਾਰਿਆਂ ਦੇ ਵਿੱਚ ਆਣ ਕੇ ਬੈਠ ਕੇ ਤੂੰ ਪ੍ਰਸ਼ਾਦਾ ਛਕ ਲਿਆ ਤੇ ਤੇਰੇ ਅੰਦਰ ਦੀ ਜਿਹੜੀ ਹਉਮੈ ਹੈ, ਜ਼ਾਤ ਅਭਿਮਾਨ ਹੈ ਕਿਸੇ ਵੀ ਜਾਤੀ ਦਾ, ਕਿ ਮੈਂ ਉੱਚੀ ਜ਼ਾਤ ਵਾਲਾ ਹੈ, ਦੂਜਾ ਨੀਵੀਂ ਜ਼ਾਤ ਵਾਲਾ ਹੈ, ਉਹ ਨਿਕਲ ਜਾਏਗਾ। ਫਿਰ ਭਰਮ ਨਿਕਲ ਜਾਏਗਾ ਤੇ ਅੰਦਰ ਬੈਠ ਕੇ ਤੂੰ ਪ੍ਰੇਮ ਦੇ ਵਿੱਚ ਭਿੱਜ ਸਕਦਾ ਹੈ। ਸੰਗਤ ਦੇ ਵਿੱਚ ਬੈਠ ਕੇ ਤੇਰਾ ਅੰਦਰ ਪ੍ਰਮਾਤਮਾ ਨਾਲ ਜੁੜ ਸਕਦਾ ਹੈ। ਫਿਰ ਚਤੁਰਾਈਆਂ ਦੇ ਨਾਲ ਚਤੁਰਭੁਜ ਪ੍ਰਮਾਤਮਾ ਨਹੀਂ ਮਿਲ ਸਕਦਾ। ਉਹ ਤਾਂ ਇੱਕ ਗੱਲ ਤੋਂ ਮਿਲ ਸਕਦਾ ਹੈ, ਹਮ ਮੂਰਖ ਤੁਮ ਚਤੁਰ ਸਿਆਣੇ। ਹੇ ਰੱਬ ਜੀ, ਅਸੀਂ ਮੂਰਖਾਂ ਤੇ ਤੂੰ ਬਹੁਤ ਜ਼ਿਆਦਾ ਚਤੁਰ ਹੈ, ਬਹੁਤ ਜ਼ਿਆਦਾ ਸਿਆਣਾ ਹੈ, ਬਹੁਤ ਜ਼ਿਆਦਾ ਸੂਝਵਾਨ ਹੈ। ਗੁਰਬਾਣੀ ਕਹਿੰਦੀ ਏ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਮਨ ਚੰਚਲ ਚਤੁਰਾਈਆਂ ਕਰਕੇ ਕਿਨੇ ਨਹੀਂ ਪ੍ਰਮਾਤਮਾ ਲੱਭ ਨੂੰ ਲੱਭਾ, ਪ੍ਰਮਾਤਮਾ ਨੂੰ ਪ੍ਰਾਪਤ ਕੀਤਾ। ਚਤੁਰਾਈ ਕਿਨੇ ਨਾ ਪਾਇਆ। ਚਤੁਰਾਈਆਂ ਨਾਲ ਰੱਬ ਨਹੀਂ ਲੱਭਦਾ, ਉਸ ਨੂੰ ਪ੍ਰੇਮ ਦੇ ਨਾਲ ਲੱਭਿਆ ਜਾ ਸਕਦਾ ਹੈ, ਪ੍ਰਭਾਵਨਾ ਦੇ ਨਾਲ ਪ੍ਰਮਾਤਮਾ ਨੂੰ ਲੱਭ ਲਈਦਾ ਹੈ। ਜਿਹੜਾ ਬੰਦਾ ਪ੍ਰਮਾਤਮਾ ਨਾਲ ਪ੍ਰੇਮ ਕਰਦਾ ਹੈ ਉਹ ਕਦੀ ਕਿਸੇ ਨਾਲ ਝਗੜਾ ਨਹੀਂ ਕਰਦਾ, ਜਾਂ ਧਾਰਮਿਕ ਤੌਰ ਤੇ ਜਾਂ ਕਿਸੇ ਵੀ ਪ੍ਰਕਾਰ ਦੇ ਤੌਰ ਤੇ ਕਿਸੇ ਨਾਲ ਝਗੜਾ ਨਹੀਂ ਕਰਦਾ। ਉਹ ਆਤਮ ਰੱਖਿਆ ਕਰਦਾ ਹੈ, ਆਪਣੇ ਆਪ ਨੂੰ ਬਚਾਉਂਦਾ ਹੈ, ਦੂਜੇ ਦਾ ਵੀ ਭਲਾ ਕਰਦਾ ਹੈ, ਦੂਜਿਆਂ ਦੇ ਵੀ ਹਿਫਾਜ਼ਤ ਕਰਦਾ ਹੈ। ਪਰ ਜਿਹੜਾ ਬੰਦਾ ਧਾਰਮਿਕ ਬਿਰਤੀ ਵਾਲਾ, ਉਹ ਸੋਚਦਾ ਹੈ ਕਿ ਸ਼ਾਇਦ ਇਹ ਸਿਆਣਪਾਂ ਕਰਕੇ ਪ੍ਰਮਾਤਮਾ ਨੂੰ ਲੱਭਿਆ ਜਾ ਸਕਦਾ ਹੈ। ਫਿਰ ਬੰਦਾ ਕਈ ਪਖੰਡ ਕਰਦਾ ਹੈ, ਕਈ ਕਰਮ ਕਰਦਾ ਹੈ ਤੇ ਕਈ ਬੁਰੇ ਕਰਮ ਕਰਨ ਲੱਗ ਪੈਂਦਾ ਹੈ ਕਈ ਤਰੀਕਿਆਂ ਦੇ ਨਾਲ। ਹੁਣ ਜੇ ਅਸੀਂ ਆਖੀਏ ਵੀ ਨਹੀਂ, ਬੰਦਾ ਜਿਹੜੇ ਆਖੇ ਵੀ ਜੇ ਭੇਖ ਹੀ ਰੱਬ ਨੂੰ ਨਹੀਂ ਲੱਭ ਸਕਦਾ, ਭੇਖਾਂ ਦੇ ਨਾਲ ਪ੍ਰਮਾਤਮਾ ਨੂੰ ਨਹੀਂ ਲੱਭਿਆ ਜਾ ਸਕਦਾ, ਤੇ ਫਿਰ ਜਿਹੜੇ ਧਾਰਮਿਕ ਲੋਕ ਨੇ ਉਹ ਧਾਰਮਿਕ ਲਿਬਾਸ ਕਿਉਂ ਪਹਿਨਦੇ ਨੇ, ਧਾਰਮਿਕ ਕੱਪੜੇ ਕਿਉਂ ਪਹਿਨਦੇ ਨੇ? ਅਸਲ ਦੇ ਵਿੱਚ ਜਿਹੜਾ ਕੱਪੜਾ ਜੋ ਅੱਜ ਅਸੀਂ ਪਹਿਨ ਰਹੇ ਹਾਂ, ਉਹ ਅਸਲ ਦੇ ਵਿੱਚ ਜੇ ਅਸੀਂ ਸਮਝੀਏ, ਜਿਹੜਾ ਅੱਜ ਅਸੀਂ ਕੱਪੜਾ ਪਹਿਨ ਰਹੇ ਹਾਂ, ਮੰਨ ਕੇ ਚੱਲੋ ਆ ਜਿਹੜੀ ਟਾਈ ਤੇ ਜਿਹੜੀ ਜੀਨਸ ਹੈ ਸਾਡੀ ਨਹੀਂ ਹੈਗੀ, ਇਹ ਭਾਰਤ ਦੀ ਨਹੀਂ ਹੈਗੀ, ਬਾਹਰੋਂ ਆਇਆ ਹੋਇਆ ਜਿਹੜਾ ਸਾਨੂੰ ਪ੍ਰੋਡਕਟ ਕਹਿ ਲਓ, ਇਹ ਬਾਹਰ ਦੇ ਲੋਕਾਂ ਨੇ ਸਾਨੂੰ ਦਿੱਤਾ ਹੈਗਾ, ਇੱਥੋਂ ਦਾ ਨਹੀਂਗਾ। ਇੱਥੋਂ ਦਾ ਲਿਬਾਸ ਜਿਹੜਾ ਸੀ ਉਹ ਖੁੱਲਾ ਖਾਲਾ ਤੇ ਸਿੱਧਾ ਸੀ, ਜਿਹਦੇ ਨਾਲ ਅਸੀਂ ਚੌਂਕੜਾ ਮਾਰ ਕੇ ਲੰਬੇ ਸਮੇਂ ਤੱਕ ਬੈਠ ਸਕਦੇ ਹਾਂ, ਜਿਹਦੇ ਨਾਲ ਬੈਠ ਕੇ ਅਸੀਂ ਬੜੇ ਸਰੀਰ ਦੇ ਸਾਡੇ ਅੰਗ ਜਿਹੜੇ ਖੁੱਲੇ ਡੁੱਲੇ ਹੋ ਸਕਦੇ ਨੇ। ਉਹ ਗੱਲ ਵੱਖਰੀ ਹੈ। ਪਰ ਜਿਹੜੀ ਰੱਬ ਦੇ ਨਾਲ ਅਸੀਂ ਪ੍ਰਮਾਤਮਾ ਦੇ ਨਾਲ ਜੇ ਚਤੁਰਾਈਆਂ ਨਾਲ ਰੱਬ ਨੂੰ ਲੱਭਣਾ ਚਾਹੀਏ, ਨਹੀਂ ਲੱਭ ਸਕਦੇ। ਤੇ ਮਹਾਰਾਜ ਕਹਿੰਦੇ ਨੇ, ਸਿਮਰੋ ਹਰ ਹਰ ਰਾਏ, ਹਰ ਵਕਤ ਉਹਨੂੰ ਸਿਮਰੋ, ਉਹਨੂੰ ਚੇਤੇ ਕਰੋ, ਉਹਨੂੰ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਨਾਮ ਧਿਆਵੋ, ਹਰ ਵਕਤ ਉਹਨੂੰ ਆਵਾਜ਼ਾਂ ਮਾਰਦੇ ਰਹੀਏ, ਉਸ ਪ੍ਰਮਾਤਮਾ ਜੀ ਨੂੰ ਸਿਮਰਨ ਕਰਦੇ ਰਹੀਏ। ਕਿ ਉਹ ਪ੍ਰਮਾਤਮਾ ਕਦੇ ਤਾਂ ਸਾਡੀ ਆਵਾਜ਼ ਸੁਣੇਗਾ ਨਾ, ਕਦੇ ਪ੍ਰਮਾਤਮਾ ਜ਼ਰੂਰ ਆਵੇਗਾ। ਤੇ ਭਗਤ ਸਾਹਿਬਾਨ ਕਹਿੰਦੇ ਨੇ, ਫਰਕ ਕੋਈ ਨਹੀਂ ਹੈ ਰੱਬ ਦੇ ਵਿੱਚ ਤੇ ਸਾਡੇ ਵਿੱਚ, ਸਿਰਫ ਹਉਮੈ ਜਿਹੜੀ ਬਣੀ ਹੋਈ ਹੈ, ਸਾਡੇ ਅੰਦਰ ਵਹਿਮ ਜਿਹੜੇ ਭਰਮ ਬਣੇ ਹੋਏ ਨੇ, ਉਹਨਾਂ ਭਰਮਾਂ ਕਰਕੇ ਅਸੀਂ ਪ੍ਰਮਾਤਮਾ ਤੋਂ ਦੂਰ ਆ, ਵਾਹਿਗੁਰੂ ਤੋਂ ਦੂਰ ਆ। ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਸਾਡੇ ਅੰਦਰ ਹਉਮੈ ਹੋਵੇ ਤਦੋਂ ਪ੍ਰਮਾਤਮਾ ਨਹੀਂ ਹੁੰਦਾ। ਜਬ ਹਮ ਹੋਤੇ ਤਬ ਤੂੰ ਨਾਹੀ, ਤਦੋਂ ਤੂੰ ਸਾਡੇ ਅੰਦਰ ਨਹੀਂ ਹੁੰਦਾ। ਅਬ ਤੂੰ ਹੀ ਮੈਂ ਨਾਹੀ, ਜਦੋਂ ਤੂੰ ਆ ਜਾਵੇਂ ਫਿਰ ਮੈਂ ਖਤਮ ਹੋ ਜਾਂਦੀ ਹੈ ਬੰਦੇ ਦੀ। ਮੈਂ ਅੰਦਰ ਦੀ ਖਤਮ ਹੋ ਜਾਂਦੀ ਹੈ, ਫਿਰ ਅੰਦਰ ਦੀ ਹਉਮੈ ਜਿਹੜੀ ਹੈ ਉਹ ਖਤਮ ਹੋ ਜੇ। ਜਲ ਕੇਵਲ ਜਲ ਮਾਹੀ, ਫਿਰ ਜਿਹੜੀ ਆਤਮਾ ਪ੍ਰਮਾਤਮਾ ਦੇ ਵਿੱਚ ਮਿਲ ਜਾਂਦੀ। ਤੇ ਫਿਰ ਭਗਤ ਰਵਿਦਾਸ ਜੀ ਕਹਿੰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਤੇਰੇ ਤੇ ਮੇਰੇ ਦੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ। ਕਣਕ ਕਟਕ ਜੈਸੇ ਜਲ ਤਰੰਗ ਜੈਸਾ। ਹੁਣ ਜਲ ਤਰੰਗ ਤੋਂ ਭਾਵ ਤੇ ਕਣਕ ਕਟਕ ਦਾ ਕੀ ਅਰਥ ਹੁੰਦਾ ਹੈ? ਜਿਵੇਂ
ਸੋਨੇ ਦੇ ਗਹਿਣੇ ਬਣਾਏ ਜਾਣ ਵੱਖਰੇ ਵੱਖਰੇ। ਕੋਈ ਕੰਨਾਂ ਦੇ ਵਿੱਚ ਪਾਉਂਦਾ, ਕੋਈ ਹੱਥਾਂ ਦੇ ਵਿੱਚ ਗਹਿਣੇ ਪਾ ਲੈਂਦਾ, ਕੋਈ ਆਪਣੇ ਗਲ ਦੇ ਵਿੱਚ ਲਟਕਾ ਲੈਂਦਾ ਹੈ। ਪਰ ਉਹ ਉਸ ਨੂੰ ਉਹ ਗਹਿਣੇ ਜਿਹੜੇ ਨੇ ਉਹ ਤਿਆਰ ਤਾਂ ਭਾਵੇਂ ਵੱਖਰੇ ਵੱਖਰੇ ਕੀਤੇ ਨੇ, ਆਕਾਰ ਉਹਨਾਂ ਦਾ ਵੱਖਰਾ ਵੱਖਰਾ ਬਣ ਗਿਆ, ਦਿੱਖ ਵੱਖਰੀ ਵੱਖਰੀ ਹੈ, ਪਰ ਹੈ ਤਾਂ ਸੋਨਾ ਹੀ ਨਾ, ਰਹੇਗਾ ਉਹ ਸੋਨਾ ਹੀ। ਜੇ ਉਹ ਭਾਵੇਂ ਇੱਕ ਬਿਸਕੁਟ ਦੇ ਰੂਪ ਦੇ ਵਿੱਚ ਹੋਵੇ ਤੇ ਭਾਵੇਂ ਉਹਦੇ ਗਹਿਣੇ ਬਣਾ ਲਏ ਜਾਣ ਵੱਖਰੇ ਵੱਖਰੇ ਤਰੀਕੇ ਦੇ ਨਾਲ ਕਰਕੇ, ਕਣਕ ਕਟਕ ਅਨੇਕਾਂ ਪ੍ਰਕਾਰਾਂ ਦੇ ਗਹਿਣੇ ਬਣਾਏ ਜਾਣ, ਪਰ ਅਖਵਾਏਗਾ ਉਹ ਸੋਨਾ ਹੀ, ਅਖਵਾਉਣਾ ਉਹਨੇ ਸੋਨਾ ਹੀ ਹੈ। ਇਵੇਂ ਹੀ ਆਤਮਾ ਭਾਵੇਂ ਜਿੰਨੇ ਮਰਜ਼ੀ ਬਾਹਰ ਦੇ ਪਖੰਡ ਕਰ ਲਵੇ, ਬਾਹਰ ਦੇ ਪੇਖ ਕਰ ਲਵੇ, ਤੇ ਪਰਮਾਤਮਾ ਦੇ ਵਿੱਚ ਇਹਨੇ ਲੀਨ ਹੋਣਾ ਹੀ ਹੋਣਾ ਇੱਕ ਦਿਨ। ਜਲ ਤਰੰਗ ਜਿਸ ਤਰ੍ਹਾਂ ਪਾਣੀ ਦੇ ਵਿੱਚ ਮਿਲ ਕੇ ਪਾਣੀ ਦੀ ਬੂੰਦ ਮਿਲ ਜਾਂਦੀ ਹੈ, ਇਵੇਂ ਆਤਮਾ ਨੇ ਪਰਮਾਤਮਾ ਦੇ ਵਿੱਚ ਮਿਲ ਜਾਣਾ ਹੈ। ਤੇ ਗੁਰਬਾਣੀ ਕਹਿੰਦੀ ਸਿਮਰੋ ਹਰ ਹਰ ਰਾਏ, ਸਿਆਣਪਾਂ ਛੱਡ ਦਿਓ। ਰੱਬ ਦੇ ਘਰ ਦੇ ਵਿੱਚ ਕੋਈ ਸਿਆਣਪਾਂ ਚਤੁਰਾਈਆਂ ਨਹੀਂ ਚੱਲਦੀਆਂ, ਕੋਈ ਅੱਖਾਂ ਦੇ ਬੰਦ ਕੀਤਿਆਂ ਰੱਬ ਨਹੀਂ ਰੀਝਦਾ, ਕੋਈ ਸਿਰ ਨੂੰ ਹਿਲਾਇਆ ਰੱਬ ਨਹੀਂ ਰੀਝਦਾ। ਕਿਸੇ ਵੀ ਪ੍ਰਕਾਰ ਦੇ ਨਾਲ ਬਾਹਰੀ ਤੌਰ ਤੇ ਪਖੰਡ ਕਰਨ ਦੇ ਨਾਲ ਪਰਮਾਤਮਾ ਲੱਭਦਾ ਨਹੀਂ ਹੈਗਾ। ਪਰਮਾਤਮਾ ਕੇਵਲ ਮਤ ਜਿਹੜੀ ਹੈ ਪਾਪਾਂ ਦੇ ਨਾਲ ਭਰ ਜਵੇ, ਤੈਨੂੰ ਸਾਫ਼ ਕਰਕੇ ਪਰਮਾਤਮਾ ਲੱਭ ਜਾਂਦਾ ਹੈ। ਗੁਰਬਾਣੀ ਕਹਿੰਦੀ ਹੈ ਨਾ ਕਿ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਧੋਏ, ਕੱਪੜੇ ਲਿਬੜ ਜਾਣ ਉਹਨੂੰ ਸਾਬਣ ਨਾਲ ਧੋਤਾ ਜਾ ਸਕਦਾ ਹੈ, ਪਰ ਮਤ ਜਿਹੜੀ ਹੈ ਉਹਨੂੰ ਨਾਮ ਦੇ ਰਾਹੀਂ ਧੋਤਾ ਜਾ ਸਕਦਾ ਹੈ। ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ, ਨਾਮ ਦੇ ਰੰਗ ਵਿੱਚ ਰੰਗ ਕੇ ਪਰਮਾਤਮਾ ਨੂੰ ਲੱਭਿਆ ਜਾ ਸਕਦਾ ਹੈ, ਮਤ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ। ਰੱਬ ਜੀਆਂ ਨੇ ਪੁੱਛਿਆ ਮਹਾਰਾਜ ਕਿਵੇਂ ਸਚਿਆਰਾ ਹੋਈਏ, ਨਾ ਸਿਆਣਪਾਂ ਚੱਲਦੀਆਂ ਨੇ ਉੱਥੇ, ਨਾ ਉਹ ਬੰਦਾ ਚੁੱਪ ਕਰਕੇ ਬੈਠਾ ਰਵੇ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਬੰਦੇ ਦੇ ਅੰਦਰ ਦੀ ਚੁੱਪ ਨਹੀਂ ਹੋ ਸਕਦਾ, ਮਨ ਚੁੱਪ ਨਹੀਂ ਹੋ ਸਕਦਾ ਜੇ ਲਗਾਤਾਰ ਸਮਾਧੀ ਲਾ ਕੇ ਵੀ ਬੈਠਾ ਰਵੇ। ਇਸ ਕਰਕੇ ਗੁਰਬਾਣੀ ਨੇ ਕਿਹਾ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਚਾਕਰੀਆਂ ਚੰਗਿਆਈਆਂ ਇਹਨਾਂ ਨੂੰ ਸਿਆਣਪਾਂ ਨੂੰ ਪਿਛਾਂ ਕਰਦੇ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ, ਨਾਮ ਦੀ ਸੰਭਾਲ ਕਰ, ਰੱਬ ਦੇ ਨਾਮ ਨੂੰ ਜਪ, ਤੇਰੇ ਜਿਹੜੇ ਬੰਧਨ ਪਏ ਨਾ ਉਹਨਾਂ ਤੋਂ ਛੁੱਟ ਜਾਵੇਂਗਾ। ਕਹਿੰਦੇ ਹੁਣ ਜੇ ਤੂੰ ਆਖੇ ਵੀ ਨਹੀਂ ਮੈਂ ਬਾਹਰੋਂ ਬੜਾ ਉੱਚਾ ਸੁੱਚਾ ਸਵਾਰਿਆ ਹੋਵਾਂ, ਤੇ ਉਹ ਕਹਿੰਦੇ ਵੀ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਕੋਠੇ ਹੁਣ ਮਾੜੀਆਂ ਮਹਿਲ ਮਾੜੀਆਂ ਘਰ ਬਣਾਏ ਹੋਣ, ਬਹੁਤ ਚਿੱਤਰਵੀਆਂ ਹੋਣ, ਬਹੁਤ ਸੋਹਣੀਆਂ ਲੱਗਦੀਆਂ ਹੋਣ, ਆਲੇ ਦੁਆਲੇ ਚਿੱਤਰੀਆਂ ਹੋਣ, ਪਾਸੋਂ ਚਿੱਤਰਵੀਆਂ, ਢੱਠੀਆਂ ਕੰਮ ਨਾ ਆਵਣੀ। ਕਹਿੰਦੇ ਵੀ ਉਹਨਾਂ ਦੇ ਵਿੱਚ ਭਾਵੇਂ ਜਿੰਨੀ ਮਰਜ਼ੀਆਂ ਉਹ ਸੋਹਣੀਆਂ ਬਿਲਡਿੰਗਾਂ ਬਣਾਈਆਂ ਹੋਣ, ਸੋਹਣਾ ਘਰ ਬਣਾਇਆ ਹੋਵੇ ਸ਼ੀਸ਼ੇ ਲਾ ਕੇ, ਚਿੱਤਰਵੀਆਂ ਬੜੇ ਸੋਹਣੇ ਉਹਦੇ ਵਿੱਚ ਚਿਤਰਾ ਕੀਤੇ ਹੋਣ, ਚਿੱਤਰ ਲੱਗੇ ਹੋਣ, ਬੜਾ ਸੋਹਣਾ ਘਰ ਮਹਿੰਗਾ ਘਰ ਹੋਵੇ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ। ਜੇ ਉਹਨਾਂ ਵਿੱਚ ਰਹਿੰਦਾ ਹੀ ਕੋਈ ਨਹੀਂ ਹੈ ਤਾਂ ਉਸ ਬੰਗਲੇ ਦਾ, ਉਸ ਘਰ ਦਾ ਕੋਈ ਲਾਭ ਨਹੀਂ ਹੈਗਾ, ਕੋਈ ਫਾਇਦਾ ਨਹੀਂ ਹੈਗਾ। ਇਵੇਂ ਹੀ ਇਹ ਸਰੀਰ ਹੈ, ਬਾਹਰੀ ਤੌਰ ਤੇ ਜਿੰਨਾ ਮਰਜ਼ੀ ਸਵਾਰ ਲਈਏ, ਇਹਨੂੰ ਸੰਭਾਲ ਕਰਨੀ ਹੈ ਅਸੀਂ ਸਰੀਰ ਦੀ, ਬਾਰ-ਬਾਰ ਨਹੀਂ ਮਿਲਣਾ। ਗੁਰਬਾਣੀ ਦੇ ਵਿੱਚ ਲਿਖਿਆ ਹੈ ਵੀ ਸਰੀਰ ਬਾਰ-ਬਾਰ ਨਹੀਂ ਮਿਲਣਾ, ਇਹਦੀ ਸੰਭਾਲ ਕਰਨੀ ਬਣਦੀ ਹੈ। ਪਰ ਜੇ ਕੱਲੀ ਇਸੇ ਨੂੰ ਸਵਾਰ ਕੇ, ਕੱਲੀ ਦੇਹੀ ਨੂੰ ਸਵਾਰ ਕੇ ਰੱਬ ਲੱਭਣਾ ਚਾਹੀਏ, ਨਹੀਂ ਮਿਲ ਸਕਦਾ। ਕਿ ਜਿਵੇਂ ਉਹ ਕੋਠੀਆਂ ਮਹਿਲ ਮਾੜੀਆਂ ਬਾਹਰੋਂ ਤਾਂ ਬਹੁਤ ਸੋਹਣੀਆਂ ਹੋਣ, ਸਾਫ਼ ਰੰਗ ਕੀਤਾ ਹੋਵੇ, ਪਰ ਵਿੱਚ ਕੋਈ ਨਾ ਵਸਦਾ ਹੋਵੇ, ਵਿੱਚੋਂ ਸੱਖਣੀਆਂ ਢੱਠੀਆਂ ਕੰਮ ਨਾ ਆਵਣੀ, ਵਿੱਚੋਂ ਸੱਖਣੀਆਂ ਨੇ ਉਹ ਕੰਮ ਨਹੀਂ ਆਉਣਗੀਆਂ ਉਹ। ਇਵੇਂ ਕਰਕੇ ਬੱਗਾ ਬੱਗੜ ਕੱਪੜੇ ਤੀਰਥ ਮੰਝ ਵਸਨ, ਬੱਗਾ ਕੱਪੜੇ ਪਹਿਨ ਲਏ, ਚਿੱਟੇ ਕੱਪੜੇ ਪਹਿਨ ਲਏ। ਬਗਲਾ ਕੀ ਕਰਦਾ, ਉਹਦੇ ਜਿਹੜੇ ਤਨ ਦਾ ਜਿਹੜਾ ਹੈਗਾ ਢਾਂਚਾ ਉਹ ਬਿਲਕੁਲ ਚਿੱਟਾ ਹੈਗਾ, ਪਰ ਕਹਿੰਦੇ ਨੇ ਹੁਣ ਇਵੇਂ ਬੰਦਾ ਜਿਹੜਾ ਇਵੇਂ ਦੀ ਹਾਲਤ ਉਹਦੀ ਬਗਲੇ ਵਰਗੀ ਹੋ ਗਈ ਹੈ ਵੀ ਬਾਹਰੋਂ ਤਾਂ ਬੜਾ ਚਿੱਟਾ ਬਣ ਕੇ ਰਹਿੰਦਾ, ਸਾਫ਼ ਸੁਥਰੇ ਕੱਪੜੇ ਪਾਉਂਦਾ ਹੈ, ਬਾਹਰੋਂ ਬਹੁਤ ਚਿੱਟਾ ਬਣ ਕੇ ਰਹਿੰਦਾ, ਸਾਫ਼ ਸੁਥਰੇ ਚਿੱਟੇ ਕੱਪੜੇ ਵੀ ਧਰਮੀ ਬਣ ਜਾਵਾਂ, ਮੈਨੂੰ ਲੋਕ ਆਖਣਗੇ ਕਿ ਮੈਂ ਧਰਮ ਵਾਲਾ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਵਸਦਾ ਵੀ ਤੀਰਥਾਂ ਤੇ, ਘੁੱਟ ਘੁੱਟ ਜੀਆਂ ਖਾਵਣੇ, ਪਰ ਕਹਿੰਦੇ ਨੇ ਉਹ ਜੀਆਂ ਨੂੰ ਘੁੱਟ ਘੁੱਟ ਮਾਰਦਾ ਹੈ, ਖਾਂਦਾ ਰਹਿੰਦਾ ਹੈ। ਬੱਗੇ ਨਾ ਕਈਆਂ ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਓ ਪੇਡਾਂ ਗਟਕਾਵੇਂ। ਕਬੀਰ ਸਾਹਿਬ ਕਹਿੰਦੇ ਇਹੋ ਜਿਹੇ ਰੱਬ ਵਰਗੇ, ਰੱਬ ਦੇ ਜੀਵ ਜਿਹੜੇ ਕਹਿੰਦੇ ਨੇ ਨਾ ਮੈਂ ਰੱਬ ਦਾ ਪਿਆਰਾ, ਮੇਰੀ ਗੱਲ ਮੰਨਿਆ ਕਰੋ, ਕਹਿੰਦੇ ਇਹੋ ਜਿਹੇ ਰੱਬ ਦੇ ਜੀਵ ਸਾਨੂੰ ਚੰਗੇ ਨਹੀਂ ਲੱਗਦੇ। ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਓ ਪੇਡਾਂ ਗਟਕਾਵੇਂ, ਜਿਹੜੇ ਬੰਦੇ ਨੂੰ ਸਬੂਤਾ ਹੀ ਖਾ ਜਾਂਦੇ ਨੇ। ਸਬੂਤਾ ਖਾਣ ਤੋਂ ਭਾਵ ਹੁੰਦਾ ਵੀ ਆ ਇੱਥੇ ਹਨੇਰਾ ਏ, ਇੱਥੇ ਤੈਨੂੰ ਗਾਂ ਦਾਨ ਕਰਨੀ ਪੈਣੀ ਹੈ, ਇੱਥੇ ਤੈਨੂੰ ਧਨ ਦਾਨ ਕਰਨਾ ਪੈਣਾ, ਤੇਰੇ ਬਾਪੂ ਨੂੰ ਕੱਪੜੇ ਚਾਹੀਦੇ, ਉਹਦੀਆਂ ਚੱਪਲਾਂ ਖਤਮ ਹੋ ਗਈਆਂ,
ਚੱਪਲਾਂ ਦੀ ਲੋੜ ਸਰੀਰ ਨੂੰ ਆਤਮਾ ਨੂੰ ਥੋੜੀ, ਕੱਪੜਿਆਂ ਦੀ ਲੋੜ ਸਰੀਰ ਨੂੰ ਆਤਮਾ ਨੂੰ ਥੋੜੀ ਹੈਗੀ ਹੈ। ਉਹ ਤੇਰੇ ਬਾਪੂ ਨੂੰ ਕੱਪੜੇ ਚਾਹੀਦੇ ਆ, ਤੇਰੇ ਬਾਪੂ ਦੀਆਂ ਚੱਪਲਾਂ ਘਸ ਗਈਆਂ ਨੇ, ਬਾਪੂ ਨੂੰ ਉੱਥੇ ਭੋਜਨ ਚਾਹੀਦਾ ਹੈ, ਫਲ ਫਰੂਟ ਚਾਹੀਦੇ ਨੇ, ਹਨੇਰਾ ਅੱਗੇ ਉਹਨੂੰ ਇਹ ਚਾਹੀਦਾ, ਕਈ ਕੁਛ ਕਰ ਦਿੱਤਾ, ਉਹਨੂੰ ਲੋਕਾਂ ਨੇ ਸਰਾਧ ਬਣਾ ਲਿਆ ਤੇ ਵਿੱਚੇ ਸਾਰੇ ਕਾਬੂ ਆ ਗਏ। ਤੇ ਸਤਿਗੁਰੂ ਜੀ ਕਹਿੰਦੇ ਨੇ ਏਕ ਆਸ ਹਰ ਮਨ ਰੱਖੋ, ਇੱਕ ਅਕਾਲ ਪੁਰਖ ਪਰਮਾਤਮਾ ਦੀ ਆਸ ਮਨ ਵਿੱਚ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਮਨ ਦੇ ਅੰਦਰ ਦੇ ਭਰਮ ਦੁੱਖ ਤੇ ਜਿਹੜਾ ਡਰ ਹੈ ਉਹ ਸਾਰਾ ਖਤਮ ਹੋ ਜਾਏਗਾ। ਸਤਿਗੁਰੂ ਜੀ ਸਾਡੇ ਸਾਰੇ ਜੀਵਾਂ ਦੇ ਉੱਪਰ ਕਿਰਪਾ ਕਰਨ, ਸਾਡੇ ਅੰਦਰ ਦੇ ਜਿਹੜੇ ਵਹਿਮ ਭਰਮ ਨੇ ਉਹਨਾਂ ਨੂੰ ਦੂਰ ਕਰਨ। ਸਤਿਗੁਰੂ ਦੇ ਅੱਗੇ ਇਹੀ ਅਰਦਾਸ ਕਰੀਏ, ਸਤਿਗੁਰੂ ਜੀਓ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਚਾਹ ਦੇ ਨਾਲ ਪ੍ਰਮਾਤਮਾ ਦਾ ਨਾਮ ਜਪੀਏ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।